ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਤੀਜਾ। ਪੂਰਾ ਥਾਟ ਬਣਾਇਆ ਪੂਰੇ, ਵੇਖੋ ਇੱਕ ਸਮਾਨਾ। ਇਸ ਪਰ ਪੰਚ ਮੈਂ ਸਾਚੇ, ਨਾਮ ਕੀ ਵਡਿਆਈ। ਮਤ ਕੋ ਧਰੋ ਗੁਮਾਨਾ, ਪੂਰਾ ਥਾਟ ਬਨਾਇਆ ਪੂਰੇ, ਵੇਖੋ एक समाना। इस पर पंच में साचे नाम की वडियाई। मत को धरो गुमाना, सतगुर की जिसनो मत आवे, सो सतगुर माहे समाना। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ ਰਹਾ। ਚੌ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੋ ਏਕ ਨਿਧਾਨਾ। जत संजम तीर्थ योना, जुगां का धर्म है। कल में कीरत हर नामा। जुग जुग आपो अपना धर्म है, सोध देखो वेद पुराना। गुरमुख जिन्हीं ध्याया हर हर, जग ते पूरे परवाना। कहत नानक सच्चे स्यों प्रीत लाए, चूकै मन अभिमाना। कहत सुनत सभे सुख पावै, मानत पाहे निधाना। कहत नानक सच्चे स्यों प्रीत लाए, चूकै मन अभिमाना। कहत सुनत सभे सुख पावै, मानत पाहे निधाना। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी दी ਅਪਾਰ ਬਖਸ਼ਿਸ਼, ਢਲਦੀ ਸ਼ਾਮ ਸਤਸੰਗਤ ਦੇ ਪਲ ਸਾਨੂੰ ਪ੍ਰਾਪਤ ਹੋਏ ਨੇ। ਸਮਾਂ ਲੜੀਵਾਰ ਗੁਰਬਾਣੀ ਵਿਆਖਿਆਨ ਦਾ ਹੈ। ਇਸ ਵਿੱਚ ਬਿਲਾਵਲ ਰਾਗ ਵਿਚਾਰਿਆ ਜਾਂਦਾ ਹੈ। ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤਾ ਗਿਆ ਪਾਵਨ ਸ਼ਬਦ, ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੈ। ਬੀਤੇ ਕੱਲ ਇਹਨਾਂ ਪਾਵਨ ਬਚਨਾਂ ਦੀ ਤਕਰੀਰ ਅਸੀਂ ਪ੍ਰਾਰੰਭ ਕੀਤੀ ਸੀ। ਅੱਜ ਜਿਵੇਂ ਸਮਾਂ ਅਲਾਓ ਕਰੇਗਾ, ਅਸੀਂ ਇਹਨਾਂ ਬਚਨਾਂ ਨੂੰ ਅੱਗੇ ਤੋਰਾਂਗੇ। ਸਾਹਿਬ ਜੋ ਜ਼ਿਕਰ ਕਰ ਰਹੇ ਨੇ, ਰਹਾਉ ਦਾ ਬੰਦ ਸੀਗਾ ਕਿ ਸਤਿਗੁਰ ਕੀ ਜਿਸਨੋ ਮਤਿ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਸਤਿਗੁਰ ਕੀ ਜਿਸਨੋ ਮਤਿ ਆਵੈ, ਇਹ ਬੜਾ ਜ਼ਰੂਰੀ ਨੁਕਤਾ ਆ ਮਨੁੱਖ ਲਈ ਸਮਝਣ ਵਾਸਤੇ ਕਿ ਜੋ ਮਤ ਗ੍ਰਹਿਣ ਕਰਨੀ ਹੈ ਤੇ ਮਤ ਕਿਸੇ ਨੂੰ ਦੇਣੀ ਹੈ। ਇਹ ਕੁਦਰਤ ਦੇ ਇੱਕ ਵੱਡੇ ਨਿਜ਼ਾਮ ਦੇ ਵਿੱਚ ਉਹਦੀ ਆਪਣੇ ਹੁਕਮ ਵਿੱਚ ਹੁੰਦਾ ਆ। ਅਸੀਂ ਰਲ ਕੇ ਵੀ ਕਿਸੇ ਨੂੰ ਸਿਆਣਾ ਬਣਾਉਣਾ ਚਾਹੀਏ, ਅਸੀਂ ਨਹੀਂ ਬਣਾ ਸਕਦੇ। ਤੁਸੀਂ ਰਲ ਕੇ ਵੀ ਕਿਸੇ ਨੂੰ ਕਮਲਾ ਬਣਾਉਣਾ ਚਾਹੀਏ, ਨਹੀਂ ਬਣਾ ਸਕਦੇ।
ਇਹ ਹੈ ਕਿ ਜੋ ਮੱਤ ਕਿਸੇ ਨੂੰ ਕੁਦਰਤ ਨੇ ਜਿਸ ਤਰੀਕੇ ਨਾਲ ਨਵਾਜਣੀ ਹੈ, ਦੇਣੀ ਹੈ, ਪ੍ਰਾਪਤ ਕਰਾਉਣੀ ਹੈ, ਉਹ ਹੋਏਗੀ। ਜੇ ਨਹੀਂ ਉਹਦਾ ਹੋ ਪਾਉਣਾ ਤੇ ਫਿਰ ਸੋਰਸਿਸ ਵੀ ਉੱਥੇ ਜਿਹੜੇ ਨੇ ਉਹ ਰੋਲ ਨਹੀਂ ਪਲੇ ਕਰ ਪਾਉਂਦੇ। ਇਸ ਨੂੰ ਮਹਾਰਾਜ ਨੇ ਕਈ ਰੂਪਾਂ 'ਚ ਬਾਣੀ 'ਚ ਬਿਆਨ ਕੀਤਾ ਹੈ। ਕਿਤੇ ਇਸ ਤਰੀਕੇ ਨਾਲ ਕਿਹਾ, ਜਿਸੈ ਦਿਖਾਲੈ ਵਾਟੜੀ ਤਿਸੈ ਭੁਲਾਵੈ ਕੌਣ। ਜਿਹਨੂੰ ਰਾਹ ਵਿਖਾਏ ਦਾਤਾ ਤੂੰ, ਉਹਨੂੰ ਕੌਣ ਭੁਲੇਖੇ 'ਚ ਪਾਵੇ, ਉਹਨੂੰ ਕੌਣ ਕਿਸੇ ਤਰੀਕੇ ਦਾ ਭੁਲਾਵਾ ਛਲਾਵਾ ਦੇ ਸਕੇ। ਤੇ ਇਹ ਵੀ ਸੱਚਾਈ ਹੈ, ਜਿਸੈ ਦਿਖਾਲੈ ਵਾਟੜੀ ਤਿਸੈ ਭੁਲਾਵੈ ਕੌਣ। ਜਿਸੈ ਭੁਲਾਵੀਂ ਪੰਧ ਸਿਰ, ਜਿਹਨੂੰ ਤੂੰ ਪੰਧ ਭੁਲਾ ਦੇ, ਰਾਹ ਭੁਲਾ ਦੇ, ਤਿਸੈ ਦਿਖਾਲੈ ਕੌਣ। ਉਹਨੂੰ ਕੰਨੋਂ ਫੜ ਕੇ ਉਸ ਰਾਹ ਤੇ ਕੌਣ ਪਾਵੇ ਜੀ। ਫਿਰ ਹੋਰ ਰੰਗ ਵੀ ਹੈ ਬਾਣੀ ਦੇ 'ਚ ਅਸੀਂ ਪੜ੍ਹਦੇ ਹਾਂ। ਭਗਤ ਫਰੀਦ ਜੀ ਕਹਿੰਦੇ, ਫਰੀਦਾ ਕੂ ਕਹਿੰਦੇ ਆ ਚਾਂ ਕਹਿੰਦੇ ਆ ਮੱਤੀ ਦਿੰਦੇ ਆ ਨਿੱਤ। ਮਤਲਬ ਇਹ ਮੰਨਿਆ ਗਿਆ ਜਿਹਦੇ ਅੰਦਰ ਕੁਦਰਤ ਨੇ ਇੱਕ ਲੈਵਲ ਦਾ ਕੋਈ ਵਿਜ਼ਨ ਪਾਇਆ, ਕੋਈ ਸਿਆਣਪ ਪਾਈ, ਕੋਈ ਸੋਝੀ ਪਾਈ, ਉਹ ਚੁੱਪ ਕਰਕੇ ਨਹੀਂ ਬੈਠ ਸਕਦਾ। ਇਹ ਰਿਐਲਿਟੀ ਹੈ। ਜਿਵੇਂ ਬੁੱਲੇ ਸ਼ਾਹ ਦੀ ਕਈ ਵਾਰੀ ਕਾਫੀ ਪੜ੍ਹੀ ਜਾਂਦੀ ਹੈ ਨਾ ਕਿ ਮੂੰਹ ਆਈ ਬਾਤ ਨਾ ਰਹਿੰਦੀ ਹੈ, ਸੱਚ ਆਖਾਂ ਭਾਂਬੜ ਮਚਦਾ ਹੈ, ਝੂਠ ਆਖਾਂ ਕੁਝ ਨਾ ਬਚਦਾ ਹੈ, ਦਿਲ ਦੋਹਾਂ ਗੱਲਾਂ ਤੋਂ ਜਚਦਾ ਹੈ, ਜਚ ਜਚ ਕੇ ਜੀਭਾ ਕਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਹੁਣ ਜਿਹੜੀ ਗੱਲ ਮੂੰਹ ਵਿੱਚ ਆਈ ਹੋਏ, ਪੱਖੇ ਨੂੰ ਜਿਹੜੀ ਬਾਤ ਬੰਦੇ ਦੇ ਜ਼ਿਹਨ ਵਿੱਚੋਂ ਮੂੰਹ ਤੇ ਆਉਂਦੀ ਹੈ ਤੇ ਬੰਦੇ ਨੂੰ ਲੱਗਦਾ ਹੈ, ਸਪੋਜ਼ ਤੁਸੀਂ ਤੁਰੇ ਜਾਂਦੇ ਹੋ, ਤੁਹਾਡੇ ਸਾਹਮਣੇ ਕੋਈ ਠੋਕਰ ਖਾਣ ਲੱਗਾ ਆ, ਬਹੁਤ ਹਾਰਡ ਆ ਕਿ ਤੁਸੀਂ ਆਪਣੇ ਆਪ ਨੂੰ ਰੋਕ ਪਾਓ, ਤੁਸੀਂ ਆਵਾਜ਼ ਮਾਰ ਕੇ ਨਾ ਕਹੋ, ਦੇਖੀ ਭਲਿਆ ਸੱਟ ਖਾਏਗਾ। You know, we cannot stop ourselves. So usually people speak out. They always say, watch out, watch over, you might get hurt. ਇਸ ਕਿਸਮ ਦੇ ਨਾਲ ਗੱਲਾਂ ਹੁੰਦੀਆਂ ਨੇ। ਮੈਂ ਰੀਸੈਂਟਲੀ, ਵੈਸੇ ਮੇਰੇ ਖਿਆਲ ਦੇ 'ਚ ਪਹਿਲਾਂ ਵੀ ਕਿਤੇ ਹੋਇਆ ਹੋਇਆ, ਪਰ ਮੈਨੂੰ ਇੱਕ ਰੀਸੈਂਟਲੀ ਬੜਾ ਯਾਦ ਹੈ, ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ। ਮੈਂ ਡਰਾਈਵੇ 'ਚੋਂ ਕਾਰ ਬਾਹਰ ਕੱਢੀ ਅਤੇ ਕਾਰ ਬਾਹਰ ਕੱਢਦਿਆਂ ਨਾਲ ਐਕਚੁਅਲੀ ਮੈਂ ਜੇ ਰੋਡ 'ਤੇ ਪਾਈ ਅਤੇ ਮੈਨੂੰ ਕੋਈ ਫੋਨ ਆਇਆ ਕਿਸੇ ਦਾ, ਅਤੇ ਉਹ ਫੋਨ ਦੇ ਦੌਰਾਨ ਕਿਸੇ ਦੀ ਡੈਥ ਦੀ ਖਬਰ ਸੀਗੀ। ਸਮਹਾਓ ਉਹ ਮੇਰਾ ਸ਼ਖਸ ਇੱਕ ਤਰ੍ਹਾਂ ਦਾ ਸਟੂਡੈਂਟ ਹੀ ਸੀਗਾ ਮੇਰਾ, ਇਸ ਤਰ੍ਹਾਂ ਕਹਿ ਲਿਆ ਜਾਏ। ਪਤਾ ਲੱਗਾ ਉਹਦੀ ਮੌਤ ਹੋ ਗਈ। ਸ਼ੌਕ ਲੱਗਾ। ਸਮਾਂ ਹੋ ਗਿਆ ਸੀਗਾ, ਮੈਂ ਉਹਨੂੰ ਦੇਖਿਆ ਨਹੀਂ ਸੀਗਾ। ਥੋੜ੍ਹੇ ਸਮੇਂ ਲਈ ਉਹ ਮੇਰੇ ਕੋਲ ਕੁਝ ਖਾਸ ਸੈਸ਼ਨਸ ਵਾਸਤੇ ਆਇਆ ਸੀਗਾ, ਬਟ ਇਟ ਵਾਜ਼ ਸ਼ੌਕਡ। ਇਹ ਬੜੀ ਸ਼ੌਕਿੰਗ ਚੀਜ਼ ਸੀ ਮੇਰੇ ਵਾਸਤੇ। ਖੈਰ, ਕਰਤਾਰੀ ਹੁਕਮ ਹੈ, ਜੀਵਨ ਦੀ ਲੀਲਾ ਆ, ਆਉਣਾ ਜਾਣਾ ਬਣਿਆ। ਮੈਂ ਰੋਜ਼ ਇਹੋ ਸ਼ੇਦਾਂ ਬਾਣੀ 'ਚੋਂ ਬਿਆਨ ਕਰਦਾ, ਪੜ੍ਹਦਾ, ਸੁਣਦਾ। While I was driving on road, and what I actually noticed, someone honked me. ਕਿਸੇ ਨੇ ਮੈਨੂੰ ਹੌਰਨ ਮਾਰਿਆ ਜ਼ੋਰ ਲਾ ਕੇ। ਮੈਨੂੰ ਇੱਕਦਮ ਅਲਰਟ ਹੋਇਆ। ਮੈਂ ਕਿਹਾ ਹੌਰਨ ਮੈਨੂੰ ਵੱਜਾ ਹੈ, ਕੀ ਹੋਇਆ? When I was looking around me, then I noticed one more thing, that I am running red lights. ਮੈਂ ਲਾਲ ਬੱਤੀ ਦੇ ਵਿੱਚੋਂ ਗੱਡੀ ਕੱਢ ਰਿਹਾ ਤੇ ਸ਼ਖਸ ਜਿਹੜਾ ਮੇਰੇ ਤੋਂ ਕੋਈ ਤੀਸਰੀ ਲੇਨ ਦੇ ਵਿੱਚ ਆ, ਤੇ ਉਹ ਸ਼ਖਸ ਨੇ ਆਈਡੀਆ ਲਾ ਲਿਆ ਕਿ ਡੈਫੀਨੇਟਲੀ ਪਰਸਨ ਇਜ਼ ਡੂਇੰਗ ਮਿਸਟੇਕ, ਕਿਉਂਕਿ ਇੰਟੈਂਸ਼ਨਲੀ ਤੇ ਹੋ ਨਹੀਂ ਸਕਦਾ, ਰਨ ਕਰਕੇ ਕੱਢਦਾ, ਨਾਰਮਲ ਸਪੀਡ ਤੇ ਆ ਰਿਹਾ। ਸਮਹਾਓ ਹੀ ਮਿਸਡ ਲਾਈਟ ਸਿਗਨਲਸ। ਸੋ ਇਹ ਜਿਹੜੀ ਚੀਜ਼ ਆ, ਇਹ ਹੈ ਕਿ ਜਿਸ ਨੂੰ ਕੁਝ, ਜਿਹਨੂੰ ਕਿਹਾ ਬੁੱਲੇ ਸ਼ਾਹ ਕਹਿ ਰਿਹਾ ਕਿ ਮੂੰਹ ਆਈ ਬਾਤ ਨਾ ਰਹਿੰਦੀ ਹੈ, ਸੱਚ ਆਖਾਂ ਭਾਂਬੜ ਮਚਦਾ। ਕਈ ਵਾਰੀ ਸੱਚ ਬੋਲਣ ਨਾਲ ਪਤਾ ਹੈ ਹਾਲਾਤ ਖਰਾਬ ਹੋਣਗੇ, ਅਗਲਾ ਮੇਰੇ ਨੂੰ ਲੜੇਗਾ, ਝਗੜਾ ਹੋਏਗਾ, ਇਸ ਰੂਪ ਦੇ ਵਿੱਚ ਹੋਏਗਾ। ਪਰ ਕਹਿੰਦੇ ਵੀ
जिस आई सच सुगंधी है, जिस माल सुहाग दी गुंदी है, जिसने सच दी सुगंधी हमक आ गई अंदरों, खुशबू आ गई जिन्हों अंदरों, जिन्हों लगता है कि जो मर्जी हो जाए, मैनू कोई दो गालां ही कढ़ेगा ना, मैनू कोई माड़ा बोलेगा, मेरे नाल लड़ेगा, बट यू नो आई हैव टू स्पीक ट्रू, मैनू सच बोलना चाहिए। जिवें कई बार हुंदा है साडे घरां थावां दे विच डे बाई डे, जे आपां ऑल ओवर नॉर्थ अमेरिकन कल्चर की गल करिए वो भी है, बट खास करके स्पैसीफिकली साउथ एशियन फैमिली जिहड़ा हाउस होल्ड्स की गल करिए वो खास करके गल कर रहा मैं, वो हुंदा है कि इफ किड्स आर प्लेइंग ऑन देयर screens, they're watching their TV, especially when they're early teen or near to teen or going through teenage, मापे सोचते वधिया लगे आ, बस चुप करके आपां अपने काम कार च लगे रहिए। रीजन की है? क्योंकि रीजन है जे उन्होंने आवाज़ देने आ तो अगों लड़न नूं पैंदे ने, व्हाट, व्हाई आर यू कॉलिंग मी, आई एम नॉट गोना डू दैट, सो व्हाट यू गोना से टू मी। हुण ये जिहड़ी बात आ उन्होंने लगता भी ना ही छोई जाए तो ठीक है। हुण इस सारे इशू तो वो अपने आप को दूर करते, एक्चुअल लैवल तो हो की रहा है, उन्होंने भी पता भी सिचुएशन खराब हो रही है, बट दे ट्राई टू अवॉइड एंड इग्नोर। क्यों? साडे बहुत नामवर मित्र ने, साइकोलॉजिस्ट ने, तो बड़े हाईली एजुकेटेड है भी गुरसिख प्यारे, वो कहते गल ये है जो बच्चों को अकल की गल दसनी होए, बच्चों नाल लड़ना पैंदा है। असीं उन्हां नूं इनवाइट करते हैं भी कम एंड फाइट मी, वो कहते तो बड़ा हार्ड आ। क्यों? क्योंकि उन्होंने कोल एनर्जी भी है, उन्होंने कोल आर्गूमेंट भी दुनिया भर दा है, उन्होंने कोल टाइम भी इनफ है, उन्होंने तो केयर ही कोई नहीं, टाइम वेस्ट होंदा हो ही जाए, आर्गूमेंट्स वास्ते एनर्जी इनफ हैगी है, तो उन्होंने कोल लॉजिक्स भी है अपने। जिस बंदे दे कोल टाइम की शॉर्टेज है, सब तो पहला घर दे विच उन्होंने पता भी मैं काम तो आया, मैं घर दे काम करने, मैं होर काम करना है, नंबर एक तो ये चीज़ है। नंबर दो उहदे कोल आर्गूमेंट्स नहीं है, क्योंकि आर्गूमेंट्स तां होणगे जे उहदे कोल कुछ सोच वेली होएगी कुछ सोचने वास्ते, उहदे दिमाग विच ते काम भी चल रहा है, घर भी चल रहा है, फाइनैंस भी चल रहा है, फैमिली सिचुएशन, देयर सो मैनी थिंग्स आर गोइंग ऑन बिहाइंड द एक्चुअली सीन। फिर टॉप ऑफ दैट उहदे कोल कोई लॉजिक भी नहीं हैगा। लॉजिक की कहेगा, को कहेगा तू पढ़ ला, वो कहेगा मैं पढ़िया हैगा, की कहांगे, गल खत्म हो गई। पर एक्चुअल लैवल ते जिहड़ी असल चीज़ ये है कि उहदे कोल इन्नी एबिलिटी नहीं हैगी उहनूं दस सके कि बेटा जिहड़ी एनर्जी स्क्रीन ते पा रहा ना, ये एनर्जी किसी प्रोडक्टिव काम ते होर पाउणी है। जे स्क्रीन भी यूज़ करनी है आपां वो यूज़ करनी है जिहदे विच तेरा फ्यूचर कोई ब्राइट होने वाले पासे जा सके। कल्ली इंटरटेनमेंट इज़ नॉट actually good thing to just invest your energy, time, all the time. That's unacceptable, and as well as it's gonna actually sidetrack you. It's not gonna produce any good kind of future for you. ਇਹੋ ਜੀ ਬਾਤ ਹੋਏ, ਇਹਦੇ ਲਈ ਪ੍ਰੋਪਰ ਗੱਲਬਾਤ ਚਾਹੀਦੀ ਹੈ, ਸਾਡੀ ਆਪਣੀ ਸਟੇਟ ਆਫ ਮਾਈਂਡ ਬੜੀ ਰਾਈਟ ਚਾਹੀਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਕਰਕੇ ਫਿਰ ਮਾਪੇ ਸੋਚਦੇ ਨੇ ਵੀ ਕਾਹਦੇ ਲਈ ਕੰਧ 'ਚ ਮੱਥਾ ਮਾਰਨਾ ਹੈ, ਲੱਗਾ ਆ ਨਾ ਤੇ ਲੱਗਾ ਰਹਿਣ ਦੇ, ਵਧੀਆ ਕੰਮ ਨਿਬੜਿਆ। ਜਿਹੜੇ ਮਾਂ ਬਾਪ ਆਵਾਜ਼ ਦੇ ਕੇ ਕਹਿੰਦੇ ਨੇ ਕਿ ਨਹੀਂ ਭਾਈ ਗੱਲ ਸੁਣੋ ਸਾਡੀ, ਓਏ ਤੂੰ ਟੀਵੀ ਨਾ ਵਾਚ ਕਰ, ਇੱਧਰ ਆ ਕੇ ਨਾ ਮੇਰੇ ਨਾਲ ਫਲਾਣੇ ਚੀਜ਼ ਦੀ ਹੈਲਪ ਕਰ, ਉਹਨੇ ਹੈਲਪ ਥੋੜ੍ਹਾ ਕਰਾਉਣੀ ਆ, ਉਹਨਾਂ ਦੇ ਕੰਮ ਖਰਾਬ ਕਰਨਾ, ਉਹਨੇ ਲੜਨਾ ਤੁਹਾਡੇ ਨਾਲ ਆ ਕੇ। ਪਰ ਕਹਿੰਦੇ ਉਹ ਗੁੱਡ ਆ, ਉਹ ਲੜਾਈ ਬੈਟਰ ਆ, ਉਹ ਝਗੜਾ ਬੈਟਰ ਆ, ਉਹ ਲੌਂਗ ਰਨ ਦੇ ਵਿੱਚ ਪੇਡ ਆਫ ਹੋਏਗਾ, ਤੁਹਾਨੂੰ ਇਹ ਬੈਨੀਫਿਸ਼ੀਅਲ ਹੋਏਗਾ ਤੁਹਾਡੇ ਵਾਸਤੇ। ਸੋ ਇਸ ਕਰਕੇ ਬਾਤ ਇਹ ਹੈ ਕਿ ਜਿਹੜਾ ਸੱਚ ਆ ਉਦੋਂ ਜਿਸ ਬੰਦੇ ਨੇ ਜਾਣਿਆ ਉਹ ਚੁੱਪ ਨਹੀਂ ਰਹਿ ਸਕਦਾ, ਉਹ ਬੋਲੇਗਾ, ਉਹ ਆਵਾਜ਼ ਦੇਵੇਗਾ, ਉਹ ਦੂਜੇ ਨਾਲ ਆਰਗੂਮੈਂਟ ਵੀ ਕਰੇਗਾ, ਲੜੇਗਾ ਵੀ, ਭਾਈ ਆਹ ਚੀਜ਼ ਨਾ ਕਰ, ਇਹਦੇ ਉੱਤੇ ਨਾ। ਅਕਸਰ ਇਸ ਕਲਚਰ 'ਚ ਵੀ ਚੀਜ਼ ਹੋਈ ਕਿ ਜੇ ਤੁਸੀਂ ਕਿਸੇ ਨੂੰ ਕੋਈ ਕੰਮ ਦੀ ਗੱਲ ਦੱਸਣੀ ਚਾਹੋ ਤਾਂ ਅਗਲੇ ਦਾ ਇੱਕੋ ਸੈਂਟੈਂਸ ਹੁੰਦਾ ਬੜਾ ਸੋਲਿਡ, ਇਟਸ ਨਨ ਆਫ ਯੂਅਰ ਬਿਜ਼ਨਸ। ਇਹ ਜਿਹੜੀ ਚੀਜ਼ ਆ ਇਹ ਲੌਂਗ ਰਨ ਦੇ ਵਿੱਚ ਫਿਰ ਬਿਜ਼ਨਸ ਤੇ ਸਾਰਿਆਂ ਦਾ ਬਣ ਜਾਂਦਾ। ਮੈਂ ਦੇਖਦਾ ਹਾਂ ਕਈ ਵਾਰੀ ਬੱਚਾ ਕਹਿ ਦਿੰਦਾ ਵੀ ਯੂ ਨੋ, ਮੈਂ ਕਈ ਵਾਰੀ ਫੈਮਿਲੀ ਕਾਉਂਸਲਿੰਗ 'ਚ ਦੇਖਿਆ ਹੈਗਾ, ਯੰਗ ਬੱਚਾ ਆ ਆਪਣੀਆਂ ਚੋਇਸਿਸ ਬਣਾ ਰਿਹਾ, ਚੋਇਸਿਸ ਆਰ ਨਾਟ ਗੁੱਡ, ਫੈਮਿਲੀ ਇਜ਼ ਨਾਟ ਸਿੰਗ ਇਟ, ਐਂਡ ਫੈਮਿਲੀ ਸਿੰਗ ਨੋ ਨੋ ਭਾਈ ਸਾਹਿਬ ਪਲੀਜ਼ ਇੰਟਰਵੀਨ ਹੇਅਰ, ਇਹਨੂੰ ਆਹ ਚੀਜ਼ ਸ਼ੀਸ਼ਾ ਵਿਖਾਓ ਮਾੜਾ ਜਿਹਾ। ਤੇ ਜਦੋਂ ਨਾਲ ਗੱਲ ਕਰਾਂਗੇ ਤਾਂ ਉਹ ਕਹਿੰਦੇ ਯੂ ਨੋ ਆਈ ਡੋਂਟ ਨੀਡ ਐਨੀ ਹੈਲਪ, ਵਾਈ ਡੋਂਟ ਯੂ ਹੈਲਪ ਮੀ ਹੇਅਰ, ਵਾਟ ਦ ਹੈਲਪ ਇਜ਼ you tell my parents, my actually
guardian that they should not intervene or interfere in my life. That's none of their business. ਮੈਂ ਉਹਨਾਂ ਨੂੰ ਕਹਿੰਦਾ ਨਾ ਠੀਕ ਹੈ, ਹੁਣ ਤੇ ਤੈਨੂੰ ਨਹੀਂ ਲੱਗਦਾ ਵੀ ਇਹ ਨਨ ਆਫ ਦੇਅਰ ਬਿਜ਼ਨਸ, ਪਰ ਲੌਂਗ ਰਨ ਦੇ ਵਿੱਚ ਕੱਲ੍ਹ ਨੂੰ ਤੂੰ ਜਿਹੜਾ ਹੈਗਾ ਸਪੀਡਿੰਗ ਕਰਦਾ ਹੈ ਨਾ, ਐਕਸੀਡੈਂਟ ਹੋਏਗਾ, ਇਟਸ ਗੋਨਾ ਬੀ ਦੇਅਰ ਬਿਜ਼ਨਸ। ਕੱਲ੍ਹ ਨੂੰ ਡਰੱਗ ਚਾਰਜ ਹੋਏਗਾ, ਇਟਸ ਗੋਨਾ ਬੀ ਦੇਅਰ ਬਿਜ਼ਨਸ। ਕੱਲ੍ਹ ਨੂੰ ਤੂੰ ਸਟਰੀਟ 'ਤੇ ਐਂਡ ਹੋਏਗਾ ਜਿਹੋ ਜਿਹਾ ਲਾਈਫ ਸਟਾਈਲ ਬਣਾ ਰਿਹਾ ਤੂੰ, ਇਟਸ ਗੋਨਾ ਬੀ ਦੇਅਰ ਬਿਜ਼ਨਸ। ਉਹ ਦੇਖ ਪਾ ਰਹੇ ਨੇ, ਤੂੰ ਦੇਖ ਨਹੀਂ ਪਾ ਰਿਹਾ, ਬਸ ਇੰਨਾ ਕੁ ਇਸ਼ੂ ਹੈ। ਆਲਰੇਡੀ ਉਹਨਾਂ ਦਾ ਬਿਜ਼ਨਸ ਬਣਿਆ ਜਾ ਚੁੱਕਾ। ਅਦਰਵਾਈਜ਼ ਉਹਨਾਂ ਨੂੰ ਕੀ ਪ੍ਰੋਬਲਮ ਪਈ ਹੈ ਕਿ ਮੇਰੇ ਵਰਗੇ ਬੰਦੇ ਨੂੰ ਕਾਲ ਕਰਨਗੇ, ਤੇਰੀ ਆਪਣੀ ਸਾਰੀ ਫੈਮਿਲੀ ਦੀ ਜਿਹੜੀ ਹੈਗੀ ਪ੍ਰਾਈਵੇਸੀ ਮੇਰੇ ਨਾਲ ਸ਼ੇਅਰ ਕਰਨਗੇ। ਦੇ ਆਰ ਆਲਰੇਡੀ ਐਕਚੁਅਲੀ ਟੇਕਿੰਗ ਇਟ ਐਜ਼ ਦੇਅਰ ਬਿਜ਼ਨਸ। ਸੋ ਇਸ ਰੂਪ ਵਿੱਚ ਜਿਹੜੀ ਹੈ ਉਹ ਬਾਤ ਉਸ ਤਰੀਕੇ ਨਾਲ ਹੁੰਦੀ। ਪਰ ਮੌਲਿਕ ਗੱਲ ਇਹ ਹੈ ਕਿ ਜਿਸ ਨੂੰ ਕੁਝ ਸਮਝ ਦਿਸਦੀ ਹੈ, ਜਿਹਨੂੰ ਕੋਈ ਵਿਜ਼ਨ ਦੂਰ ਤੱਕ ਦਿਸਦਾ ਆ, ਉਹ ਬੋਲੇਗਾ, ਉਹ ਕਹੇਗਾ, ਆਵਾਜ਼ ਦੇਵੇਗਾ। ਪਰ ਇਹ ਵੀ ਸੱਚਾਈ ਹੈ, ਆਵਾਜ਼ ਦੇਣ ਵਾਲਾ, ਬੋਲਣ ਵਾਲਾ ਇਹ ਮਤ ਜਾਣੇ ਕਿ ਉਹਦੇ ਬੋਲੇ ਦਾ ਅਸਰ ਰਾਈਟ ਵੇ ਹੋਏਗਾ ਤੇ ਰਿਜ਼ਲਟ ਨਿਕਲੇਗਾ ਉੱਥੋਂ। ਜਦੋਂ ਰਿਜ਼ਲਟ ਨਹੀਂ ਨਿਕਲੇਗਾ, ਫਿਰ ਜਿਹੜਾ ਬੋਲਣ ਵਾਲਾ, ਕਹਿਣ ਵਾਲਾ ਹੈ, ਉਹਦੇ ਵਿੱਚ ਫਰਸਟ੍ਰੇਸ਼ਨ ਜਨਰੇਟ ਹੋਏਗੀ। ਇਹਨੂੰ ਭਗਤ ਫਰੀਦ ਜੀ ਨੇ ਬਿਆਨ ਕੀਤਾ, ਫਰੀਦਾ ਕੂਕੇਂਦਿਆਂ, ਕੂਕਾਂ ਮਾਰਦਿਆਂ। ਮਤਲਬ ਤੁਸੀਂ 2-4 ਵਾਰੀ ਗੱਲ ਕਹੋ, ਕਿਸੇ ਨੇ ਨਹੀਂ ਸੁਣੀ, ਡੈਫੀਨਿਟਲੀ ਤੁਹਾਡੀ ਆਵਾਜ਼ ਜਿਹੜੀ ਹੈ ਉਹ ਇੱਕਦਮ ਉਹਦਾ ਜਿਹੜਾ ਵੋਲਿਊਮ ਆ ਉਹ ਹਾਈ ਹੋਏਗਾ, ਉਹਦੀ ਇੱਕਦਮ ਟੋਨ ਬਦਲੇਗੀ ਅਤੇ ਉਹ ਨੋਰਮਲ ਨਾਲੋਂ ਯੈਲਿੰਗ ਵਾਲੀ ਹੋਣੀ ਸ਼ੁਰੂ ਹੋ ਜਾਏਗੀ। ਇੱਥੋਂ ਕੂਕਾਂ ਵੱਜਦੀਆਂ ਨੇ, ਕੂਕ ਕਹਿੰਦੇ ਆ। ਫਿਰ ਅਗਲੀ ਚੀਜ਼ ਹੈ ਚਾਂਗ ਕਹਿੰਦੇ ਆ। ਚਾਂਗ ਹੁੰਦੀ ਹੈ, ਪੰਜਾਬੀ ਦਾ ਸ਼ਬਦ ਹੈ ਬੜਾ ਪਿਆਰਾ। ਜਦੋਂ ਕਿਸੇ ਦੀ ਆਵਾਜ਼ ਇੰਨੀ ਹਾਈ ਪਿੱਚ 'ਤੇ ਜਾ ਕੇ ਚਲੀ ਜਾਏ ਅਤੇ ਆਵਾਜ਼ ਫਟ ਜਾਏ, ਦੋ ਹੋ ਜਾਣਾ ਆਵਾਜ਼ਾਂ, ਗਲਾ ਬਹਿ ਜੇ ਬੰਦੇ ਦਾ। ਉਹ ਕਹਿੰਦਾ ਤੂੰ ਕਿਉਂ ਚਾਂਗਾ ਮਾਰਨ ਦਿਆਂ, ਚਾਂਗਾ ਮਾਰਨੀਆਂ ਹੁੰਦੀਆਂ ਵੀ ਆਵਾਜ਼ ਜਿਹੜੀ ਆ ਉਹ ਸਮਝ ਹੀ ਨਹੀਂ ਆਉਂਦੀ, ਉਹ ਤਾਂ ਦੋ ਫਾੜ ਹੋ ਗਈ ਹੈ। ਕਿਆ ਕੂ ਕਹਿੰਦੇ ਆ, ਚਾਂਗ ਕਹਿੰਦੇ ਆ, ਕਾਹਦੇ ਵਾਸਤੇ? ਮੱਤੀ ਦਿੰਦੇ ਆ, ਨਿਤਾ ਪ੍ਰਤੀ ਕਿਸੇ ਨੂੰ ਮੱਤ ਦੇਣੀ ਹੈ, ਕਿਸੇ ਨੂੰ ਚੰਗੀ ਗੱਲ ਦੱਸਣੀ ਹੈ, ਸਮਝਾਉਣੀ ਹੈ। ਬਾਬਾ ਫਰੀਦ ਜੀ ਨੇ ਕਿਹਾ, ਜੋ ਸ਼ੈਤਾਨ ਵੰਜਾਇਆ, ਜਿਸ ਨੂੰ ਸ਼ੈਤਾਨ ਨੇ ਆਪਣੀ ਉਂਗਲ ਫੜਾ ਦਿੱਤੀ ਹੈ, ਸੇ ਕਿਤ ਫੇਰੈ ਚਿੱਤ, ਉਹਨਾਂ ਦਾ ਚਿੱਤ ਨਹੀਂ ਫਿਰਦਾ। ਇਹਦੇ ਲਈ ਮਾਡਰਨ ਸਟੱਡੀਜ਼ ਇਹ ਕਹਿੰਦੀਆਂ ਨੇ, ਜਦੋਂ ਬੰਦਾ ਕਿਸੇ ਟਰੈਕ 'ਤੇ, ਖਾਸ ਕਰਕੇ ਸਾਈਡ ਟਰੈਕ ਹੁੰਦਾ, ਰਾਈਟ ਲਾਈਫ ਦੇ ਰਾਈਟ ਟਰੈਕ ਤੋਂ ਕਿਤੇ ਸਾਈਡ ਟਰੈਕ ਹੋ ਕੇ ਤੁਰਦਾ ਆ, ਉਹ ਐਡਿਕਸ਼ਨ ਹੈ, ਉਹ ਬੈਡ ਕੰਪਨੀ ਹੈ, ਬੈਡ ਹੈਬਿਟਸ ਨੇ, ਉਹ ਬੈਡ ਚੋਇਸਿਸ ਨੇ, ਐਨੀ ਕਾਈਂਡ ਆਫ ਥਿੰਗਸ, ਉਹਦੇ 'ਚ ਜਿੰਨੀ ਦੇਰ ਤੱਕ ਉਹ ਬਾਟਮ ਨਹੀਂ ਦੇਖਦਾ, ਉਹਦੇ ਵਾਪਸ ਪਰਤਣ ਦੇ ਚਾਂਸਿਸ ਘੱਟ ਜਾਂਦੇ ਨੇ। ਜਿਹੜੀ ਬਾਟਮ ਆ ਉਹ ਕਈ ਵਾਰੀ ਬਹੁਤ ਜਲਦੀ ਵੇਖੀ ਜਾ ਸਕਦੀ ਹੈ, ਪਰ ਮੁਸ਼ਕਲ ਇਹ ਹੈ ਜਿਹੜਾ ਥੋੜ੍ਹੀ ਕਿਤੇ ਹੈਲਪ ਮਿਲ ਜਾਣੀ, ਥੋੜ੍ਹਾ ਕਿਤੇ ਉਹਨੂੰ ਕਿਤੇ ਸੇਵੀਅਰ ਦਾ ਮਿਲ ਜਾਣਾ, ਕਿਸੇ ਨੇ ਬਚਾ ਲੈਣਾ, ਉਹਨਾਂ ਕੌਨਸੀਕੁਐਂਸਿਸ ਤੋਂ ਜਿਹੋ ਜਿਹੀਆਂ ਚੋਇਸਿਸ ਬਣਾ ਰਿਹਾ, ਉਸ ਦਾ ਫਿਰ ਉਹ ਹੌਸਲਾ ਵਧੀ ਜਾਂਦਾ ਹੈ, ਉਸ ਪਾਸੇ ਨੂੰ ਤੁਰਦਾ ਲੱਗਾ ਜਾਂਦਾ ਹੈ। ਫਿਰ ਐਂਡ ਐਸਾ ਹੁੰਦਾ ਹੈ ਜਿੱਥੇ ਜਾ ਕੇ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ, ਕਿਉਂਕਿ ਥੋੜ੍ਹੀ ਕਰਕੇ ਇਤਨੀ ਵੱਡੀ ਚੋਇਸ ਜਿਹੜੀ ਹੈ ਉਸ ਤਰੀਕੇ ਨਾਲ ਬਣ ਜਾਂਦੀ ਹੈ। ਜਿਹਨੂੰ ਹੋਰ ਸਿੰਪਲ ਕਰਕੇ ਬਿਆਨ ਕਰਾਂ, ਜਿਵੇਂ ਟਰੈਕਟਰ ਚਲਾਈਦਾ ਅਤੇ ਮੈਨੂੰ ਯਾਦ ਹੈ ਖੇਤਾਂ 'ਚ ਕੰਬਾਈਨ ਚੱਲ ਰਹੀ ਸੀ ਅਤੇ ਟਰੈਕਟਰ ਦਾ ਜਿਹੜਾ ਸਟੀਅਰਿੰਗ ਵੀਲ ਹੁੰਦਾ ਉਹਦੇ 'ਚ ਕਾਫੀ ਜ਼ਿਆਦਾ ਇੱਕ ਪਲੇ ਕਹਿੰਦੇ ਉਹਨੂੰ, ਜਿਹੜਾ ਵਾਇਆ ਆ ਗਿਆ, ਮਤਲਬ ਜੇ ਇਸ ਪਾਸੇ ਨੂੰ ਮੋੜਨਾ ਅਤੇ ਉਸ ਦੇ ਵੀਲ ਮੁੜਨ ਉਸ ਤੋਂ ਪਹਿਲਾਂ ਇੱਕ ਪੂਰਾ ਦਾ ਪੂਰਾ ਉਹ ਜਿਹੜਾ ਹੈਗਾ ਵੀਲ ਘੁੰਮ ਜਾਂਦਾ ਹੈ, ਕਿਉਂਕਿ ਉਹਦੇ 'ਚ ਪ੍ਰੋਬਲਮ ਆ ਗਈ। ਫਿਰ ਦੂਸਰੇ ਪਾਸੇ ਇੰਨੀ ਪਲੇ ਹੋ ਗਈ ਉਹਦੇ ਵਿੱਚ, ਅਤੇ ਹੁਣ ਉਹ ਕੰਬਾਈਨ ਚੱਲ ਰਹੀ ਹੈ ਅਤੇ ਟਰੋਲੀ ਜਿਹੜੀ ਉਹ ਭਰੀ ਹੋਈ ਝੋਨੇ ਦੀ ਉਹ ਜਾਣੀ ਉਹਦੇ ਪਿੱਛੇ, ਅਤੇ ਉਹ ਪਾ ਕੇ ਗਿਆ ਅਤੇ ਕਿਤੇ ਫਾਦਰ ਸਾਹਿਬ ਨੇ ਕਿਹਾ ਹੋਣਾ ਡਰਾਈਵਰ ਨੂੰ, ਨੌਕਰ ਨੂੰ, ਕਿ ਤੂੰ ਮੜ ਜਾ ਨਾ ਮਕੈਨਿਕ ਤੋਂ ਠੀਕ ਕਰਾ ਕੇ ਲੈ ਆਉਣ ਤੋਂ ਪਹਿਲਾਂ। ਉਹ ਜਿਹੜਾ ਹੈ ਮੰਡੀ ਲੈ ਕੇ ਗਿਆ, ਮੈਂ ਛੋਟਾ ਹੀ, ਮੈਂ ਨਾਲ ਆ, ਮੈਨੂੰ ਯਾਦ ਹੈ, ਮੈਂ ਨਾਲ ਗਿਆ, ਮੰਡੀ ਜਾ ਕੇ ਉਤਰਾਈ, ਸਿਕਿਉਰਿਟੀ ਵਾਸਤੇ ਬੱਚੇ ਨੂੰ ਵੀ ਕਿਤੇ ਰਸਤੇ 'ਚ ਗੜਬੜ ਨਾ ਕਰਨ, ਝੋਨਾ ਵਗੈਰਾ ਨਾ ਉਤਾਰ ਲੈਣ। ਵਾਪਸ ਜਦੋਂ ਆਏ ਤਾਂ ਉਹ ਮਕੈਨਿਕ ਕੋਲ ਲੈ ਕੇ ਗਿਆ, ਅਤੇ ਮਕੈਨਿਕ ਨੂੰ ਉਸਨੇ ਕਿਹਾ ਵੀ ਇਸ ਤਰੀਕੇ ਨਾਲ ਦੇਖ ਮੜ ਜਾ ਇਹਨੂੰ, ਸਰਦਾਰ ਸਾਹਿਬ ਨੇ ਕਿਹਾ, ਅਤੇ ਕੰਬਾਈਨ ਚੱਲ ਰਹੀ ਹੈ, ਇਹਨੂੰ ਵੀ ਹੈਵ ਟੂ ਐਕਚੁਅਲੀ ਡੂ ਇਟ ਫਾਸਟ। ਉਹ ਕਹਿੰਦਾ ਫਟਾਫਟ, ਉਹਨੇ ਆ ਕੇ ਟਰੈਕਟਰ ਸਟਾਰਟ ਕੀਤਾ, ਸੈਲਫ ਮਾਰੀ, ਫਟਾਫਟ ਟਰਾਲੀ ਉਹਦੇ ਪਿੱਛੇ ਪਈ ਹੈ, ਅਤੇ ਉਹ ਟਰੈਕਟਰ ਨੇ ਰੋਡ 'ਤੇ ਪਾਇਆ, ਮੇਨ ਰੋਡ ਸੀਗਾ, ਬੱਸਾਂ ਆ ਰਹੀਆਂ ਨੇ, ਕਾਫੀ ਕੁਛ ਹੈ।
ਉਹ ਕਦੀ ਟਰੈਕਟਰ ਇਸ ਪਾਸੇ ਜਾ ਰਿਹਾ ਹੈ, ਕਦੀ ਇਸ ਪਾਸੇ ਜਾ ਰਿਹਾ ਹੈ, ਕਦੀ ਬੜੀ ਮੁਸ਼ਕਿਲ ਦੇ ਨਾਲ ਕਰ ਕਰਾ ਕੇ ਕੰਟਰੋਲ ਕਰਕੇ ਤੇ ਉਹ ਲਿਆ ਖੜਾ ਕੀਤਾ। ਉਤਰਦਿਆਂ ਨਾਲ ਉਹ ਜਿਹੜਾ ਉਹ ਡਰਾਈਵਰ ਸੀਗਾ ਉਹਨੂੰ ਗਾਲਾਂ ਕੱਢਣ ਲੱਗ ਗਿਆ ਉੱਚੀ ਉੱਚੀ। ਮਕੈਨਿਕ ਕੀ ਹੋਇਆ? ਉਹ ਕਹਿੰਦਾ ਪਾਗਲ ਹੈ ਤੂੰ ਮੈਨੂੰ ਕਿਹਾ ਮਾੜਾ ਜਿਹਾ ਪਲੇ ਆ, ਮਾੜਾ ਜਿਹਾ ਵਾਈ ਲਿਆ ਤੇ ਵਾਇਆ ਆ, ਇਹ ਤੇ ਕਮਾਲ ਹੋ ਗਈ, ਮੈਂ ਤਾਂ ਕਿਤੇ ਬੰਦਾ ਮਾਰ ਦੇਣਾ ਸੀ ਥੱਲੇ ਦੇ ਕੇ। ਉਹ ਕਹਿੰਦਾ ਹੱਦ ਹੋ ਗਈ, ਕਮਾਲ ਦੀ ਗੱਲ ਕਰਦੇ ਹੋ, ਮੈਂ ਟਰਾਲੀ ਭਰ ਕੇ ਝੋਨੇ ਦੀ ਲੈ ਕੇ ਆਇਆ ਇਹਦੇ ਨਾਲ, ਬਿਲਕੁਲ ਇਸ ਤਰੀਕੇ ਨਾਲ। ਉਹ ਫਿਰ ਕਹਿੰਦਾ ਹੋਰ ਦੂਸਰਾ ਉਹਦਾ ਮਕੈਨਿਕ ਸਾਥੀ, ਉਹ ਕਹਿੰਦਾ ਯਾਰ ਨਾ ਪਤਾ ਕੀ, ਇਹਦਾ ਹੱਥ ਟਿਕ ਗਿਆ ਇਹਦੇ ਉੱਤੇ। ਤੇ ਉਹ ਕਹਿੰਦਾ ਹੱਥ ਟਿਕ ਕੇ ਹੁਣ ਚਲਾਈ ਜਾ, ਕਹਿੰਦਾ ਹੁਣ ਚਲਾਉਣਾ ਔਖਾ ਹੈ। ਮੈਨੂੰ ਵੀ ਅਖਿਆਈ ਆਈ ਕਈ ਵਾਰੀ ਭਰੀ ਹੋਈ ਟਰਾਲੀ ਦੇ ਨਾਲ। ਕਹਿੰਦਾ ਬਸ ਐਗਜ਼ੈਕਟਲੀ ਇਹ ਹੈ। ਹੋਇਆ ਇਹ ਕਿ ਜਦੋਂ ਥੋੜ੍ਹਾ ਜਿਹਾ ਪਲੇ ਆਇਆ ਉਹਦੇ 'ਚ, ਉਹਦਾ ਹੱਥ ਟਿਕ ਗਿਆ, ਥੋੜ੍ਹਾ ਜਿਹਾ ਹੋਰ ਪਲੇ ਆਇਆ, ਹੋਰ ਟਿਕ ਗਿਆ, ਹੌਲੀ ਹੌਲੀ ਕਰਕੇ ਉਹਨੂੰ ਭੇਤ ਹੋ ਗਿਆ ਵੀ ਇੰਨੇ ਕੁ ਨਾਲ। ਪਰ ਇੱਕ ਲੈਵਲ ਐਸਾ ਆਇਆ ਕਿ ਹੁਣ ਉਹ ਸਭ ਜਾਣਦਾ ਹੋਇਆ ਵੀ ਉਹ ਵੀ ਉਹਨੂੰ ਚਲਾ ਨਹੀਂ ਸਕਦਾ ਹੁਣ। ਐਕਚੁਅਲੀ ਜਿਹੜੇ ਜ਼ਿੰਦਗੀ ਦੇ ਫਲਾਜ਼ ਨੇ, ਐਰਰਸ ਨੇ ਨਾ, ਇੱਕਦਮ ਨਹੀਂ ਆਉਂਦੇ, ਇਹ ਥੋੜ੍ਹੇ ਥੋੜ੍ਹੇ ਕਰਕੇ ਆਉਂਦੇ ਨੇ। ਤੁਸੀਂ ਆਪਣੇ ਆਪ ਨੂੰ ਰਜਿਸਟ ਕਰੀ ਜਾਂਦੇ ਹੋ, ਆਲਾ ਦੁਆਲਾ ਰਜਿਸਟ ਕਰੀ ਜਾਂਦਾ ਹੌਲੀ ਹੌਲੀ। ਅਲਟੀਮੇਟਲੀ ਇੱਕ ਦਿਨ ਐਸਾ ਹੁੰਦਾ ਹੈ ਕਿ ਆਲਾ ਦੁਆਲਾ ਕਹਿੰਦਾ ਕਿ ਵੀ ਕੈਨ ਨਾਟ ਰਜਿਸਟ ਐਨੀ ਮੋਰ। ਹੁਣ ਸੁਸਾਇਟੀ ਕਹਿ ਦਿੰਦੀ, ਲੀਗਲ ਸਿਸਟਮ ਕਹਿ ਦਿੰਦਾ। ਮੈਂ ਤਾਂ ਕਈ ਵਾਰੀ ਇਹਨਾਂ ਮੁਲਕਾਂ ਦੇ ਵਿੱਚ ਲੋਕ ਵਿਕਟਿਮ ਹੋਣਗੇ ਜ਼ਰੂਰ, ਸਿਸਟਮ ਦੇ ਵੀ, ਸਿਸਟਮ ਨੂੰ ਕਲਪਰੇਟ ਵੀ ਸਮਝਦੇ ਹੋਣਗੇ, ਬਹੁਤ ਸਾਰੀਆਂ ਚੀਜ਼ਾਂ ਨੇ। ਪਰ ਕਈ ਜਗ੍ਹਾ 'ਤੇ ਮੈਂ ਖੁਦ ਇਹ ਦੇਖਿਆ ਸਿਸਟਮ ਬਹੁਤ ਕੰਪੈਸ਼ਨੇਟ ਹੋ ਕੇ ਕੰਮ ਕਰਦਾ ਹੈ। ਮੈਂ ਦੇਖਿਆ ਬੜੇ ਯੰਗ ਅਫੈਂਡਰ ਇਹੋ ਜਿਹੇ, ਬਹੁਤ ਇਹੋ ਜਿਹੇ ਜਿਹੜੇ ਹੈਗੇ ਨੇ ਐਂਟੀ ਸੋਸ਼ਲ ਐਲੀਮੈਂਟਸ ਬਣਨ ਵਾਲੇ ਪਾਸੇ, ਐਂਟੀ ਸੋਸ਼ਲ ਬਿਹੇਵੀਅਰ ਅਡਾਪਟ ਕਰਦੇ ਨੇ। ਸਿਸਟਮ ਉਹਨਾਂ ਨੂੰ ਵਾਰ-ਵਾਰ ਟੀਚ ਕਰਦਾ ਹੈ, ਕਰੈਕਟ ਕਰਦਾ ਹੈ, ਸਪੋਰਟ ਕਰਦਾ ਹੈ, ਮੌਕਾ ਦਿੰਦਾ ਹੈ। ਡੋਂਟ ਡੂ ਇਟ। ਤੈਨੂੰ ਅਸੀਂ ਇੱਕ ਚੰਗੇ ਇੰਡੀਵਿਜੂਅਲ ਦੇ ਤੌਰ 'ਤੇ ਦੇਖਣਾ ਚਾਹੁੰਦੇ ਹਾਂ। ਈਵਨ ਕਰੈਕਸ਼ਨਲ ਸਰਵਿਸਿਜ਼ ਦੇ ਵਿੱਚ ਇੰਨੇ ਪ੍ਰੋਗਰਾਮ ਚਲਾਏ ਜਾਂਦੇ ਨੇ ਤਾਂ ਕਿ ਉਹਨੂੰ ਇੱਕ ਬੈਟਰ ਇੰਡੀਵਿਜੂਅਲ ਬਣਨ ਵਾਸਤੇ ਮੌਕੇ ਦਿੱਤੇ ਜਾਣ। ਪਰ ਹੁੰਦਾ ਕੀ ਹੈ, ਜਦੋਂ ਕੋਈ ਧਿਆਨ ਨਹੀਂ ਦਿੰਦਾ ਫਿਰ ਐਂਡ ਅਪ ਇਸ ਜਗ੍ਹਾ 'ਤੇ ਹੁੰਦਾ ਹੈ ਜਿੱਥੇ ਜਾ ਕੇ ਹੁਣ ਉਹਦੀ ਵਾਪਸੀ ਵੀ ਮੁਸ਼ਕਿਲ ਹੋ ਜਾਂਦੀ ਹੈ। ਸੋ ਇਹ ਹੈ ਕਿ ਜਦੋਂ ਕੋਈ ਕਿਸੇ ਕਿਸਮ ਦਾ ਵੀ ਤੁਸੀਂ ਕੋਈ ਕਿਸੇ ਨੂੰ ਗਲਤ ਕੰਮ ਰੂਪ ਵਿੱਚ ਦੇਖਦੇ ਹੋ, ਉਹਨੂੰ ਉਹਦੇ ਕੌਨਸੀਕੁਐਂਸਿਸ ਵੇਖ ਲੈਣ ਦਿਓ। ਲੈਟ ਹਿਮ ਔਰ ਹਰ ਫੇਸ ਦਾ ਕੌਨਸੀਕੁਐਂਸਿਸ। ਉਹਨੂੰ ਇਨੀਸ਼ੀਅਲ ਸਟੇਜ 'ਤੇ ਸੇਵ ਕਰਨ ਦੀ ਟਰਾਈ ਨਾ ਕਰੋ। ਬਾਣੀ ਨੇ ਇਸੇ ਕਰਕੇ ਕਿਹਾ, ਦੱਦਾ ਦੋਸ ਨਾ ਦੇਉ ਕਿਸੇ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਇਹਦੇ ਤੇ ਫੋਕਸ ਕਰ, ਇਹ ਚੇਤੇ ਰੱਖ, ਜਿਹਾ ਬੀਜੈ ਸੋ ਲੁਣਾ। ਬੀਜੇ ਨੂੰ ਵੱਢਣਾ ਪੈਣਾ ਤੇ ਜ਼ਰੂਰੀ ਵੱਢਣਾ ਪੈਣਾ ਤੇਰੇ ਵਾਸਤੇ, ਤਾਂ ਥੋੜ੍ਹੀ ਬਹੁਤੀ ਮੱਤ ਆਉਂਦੀ ਹੈ, ਤਾਂ ਫਿਰ ਬੰਦਾ ਸ਼ੈਤਾਨ ਦੀ ਉਂਗਲ ਛੱਡਦਾ। ਅਦਰਵਾਈਜ਼ ਬੰਦਾ ਸ਼ੈਤਾਨ ਦੀ ਉਂਗਲ ਨਹੀਂ ਛੱਡਦਾ, ਉਹ ਤੁਰਿਆ ਜਾਂਦਾ। ਉਹਨੂੰ ਪਤਾ ਥੋੜ੍ਹੀ ਬਹੁਤੀ ਸਪੋਰਟ ਮਿਲ ਜਾਣੀ, ਹੈਲਪ ਮਿਲ ਜਾਣੀ, ਇਹ ਸਭ ਚੀਜ਼ਾਂ ਹੋਣਗੀਆਂ। ਬਾਬਾ ਫਰੀਦ ਜੀ ਕਹਿੰਦੇ, ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰੈ ਚਿੱਤ। ਉਹ ਚਿੱਤ ਨਹੀਂ ਫੇਰਦੇ। ਜਿਨ੍ਹਾਂ ਨੂੰ ਸਮਝ ਆ ਜਾਏ, ਅਹਿਸਾਸ ਆ ਜਾਏ, ਫਿਰ ਥੋੜ੍ਹਾ ਬਹੁਤਾ ਉਹਨਾਂ ਦੇ ਜੀਵਨ 'ਚ ਪ੍ਰਭਾਵ ਪੈਂਦਾ ਹੈਗਾ। ਇੱਥੇ ਜਿਹੜੀ ਬਾਤ ਆ ਰਹੀ ਸੀਗੀ, ਸਭ ਕਹਿੰਦੇ ਸਤਿਗੁਰ ਕੀ ਜਿਸ ਨੂੰ ਮਤ ਆਵੈ। ਜਿਹਦੀ ਮਤ ਸਤਿਗੁਰੂ ਦੀ ਮਤ ਨਾਲ ਮੈਚ ਕਰੇ, ਜਿਹੜਾ ਸਤਿਗੁਰੂ ਦੀ ਸੋਚ ਨੂੰ ਐਕਸੈਪਟ, ਅਡਾਪਟ, ਪ੍ਰੋਸੈਸ ਅਤੇ ਐਗਜ਼ੀਕਿਊਟ ਕਰਨ ਲਈ ਤਿਆਰ ਹੋ ਜਾਏ, ਉਹਦੇ ਜੀਵਨ ਦੇ ਵਿੱਚ ਸਤਿਗੁਰੂ ਦੀ ਕਿਰਪਾ, ਬਖਸ਼ਿਸ਼, ਨਵਾਜ਼ਿਸ਼ ਵਰਤਦੀ ਹੈ। ਸਤਿਗੁਰ ਕੀ ਜਿਸਨੂੰ ਮਤਿ ਆਵੈ ਸੋ ਸਤਿਗੁਰ ਮਾਹੇ ਸਮਾਨਾ। ਉਹ ਫਿਰ ਸਤਿਗੁਰੂ ਦੇ ਉਸ ਰੂਪ 'ਚ ਅਮਾਉਂਦਾ ਤੇ ਸਮਾਉਂਦਾ ਲੱਗਾ ਜਾਂਦਾ ਹੈ ਉਸ ਤਰੀਕੇ ਦੇ ਨਾਲ। ਅਗਲਾ ਬਚਨ ਹੈ, ਇਹ ਬਾਣੀ ਜੋ ਜਿਉਂ ਜਾਣਾ ਹੈ। ਆਪਾਂ ਬੀਤੇ ਕੱਲ ਨਾਮ ਦੀ ਬਾਤ ਪਾਈ ਸੀ ਕਾਫੀ ਸਾਰੀ, ਕਿ ਨਾਮ ਦੇ ਉੱਤੇ ਅਜੇ ਵੀ ਲੋਕਾਂ 'ਚ ਬੜੀ ਕਨਫਿਊਜ਼ਨ ਹੈ। ਪਤਾ ਨਹੀਂ ਨਾਮ ਕੀ ਹੈ, ਇਹ ਦੋ ਅੱਖਰ ਹੀ ਸਿਰਫ ਨਾਮ ਹੁੰਦੇ ਨੇ, ਜਾਂ ਪੂਰੀ ਗੁਰਬਾਣੀ ਦਾ ਸੰਦੇਸ਼ ਨਾਮ ਹੁੰਦਾ ਹੈ, ਜਾਂ ਕੋਈ ਐਸੀ ਚੀਜ਼ ਜਿਹੜੀ ਬਾਹਰੋਨੀ ਤੌਰ 'ਤੇ ਸਾਡੇ ਅੰਦਰ ਕੋਈ ਆ ਕੇ ਵਰਤਣੀ ਹੈ, ਉਹ ਨਾਮ ਹੁੰਦੀ ਹੈ। ਇਹਦੇ ਬਾਬਤ ਜਨਮ ਸਾਖੀ ਜੇ ਅਸੀਂ ਪੜ੍ਹਦੇ ਹਾਂ ਤੇ ਇੱਕ ਜਗ੍ਹਾ 'ਤੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਡਾਇਲੋਗ ਆਉਂਦਾ ਹੈ। ਉਹਦੇ 'ਚ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਬਾਤ ਕਰਦੇ ਤੇ ਕਹਿੰਦੇ, ਸਤਿਗੁਰੂ ਪਾਤਸ਼ਾਹ, ਗੱਲ ਇਹ ਆਪਾਂ ਜਿੱਥੇ ਵੀ ਜਾਂਦੇ ਹਾਂ, ਤੁਸੀਂ ਕਹਿੰਦੇ ਹੋ ਸ਼ਬਦ ਨਾਲ ਜੁੜੋ, ਸ਼ਬਦ ਹੀ ਕਮਾਲੇ ਕਰਾਮਾਤ ਹੈ। ਬਾਬਾ ਜੀ, ਇੱਕ ਤੇ ਉਹ ਸ਼ਬਦ ਆ ਜਿਹੜਾ ਤੁਹਾਡੇ ਹਿਰਦੇ ਘਰ 'ਚੋਂ ਫੁੱਟਦਾ ਆ। ਤੁਸੀਂ ਮੈਨੂੰ ਕਹਿੰਦੇ ਹੋ ਮਰਦਾਨਿਆ, ਰਬਾਬ 'ਚੋਂ ਬਾਣੀ ਆਈ ਹੈ, ਤੁਸੀਂ ਬਾਣੀ ਅਲਾਪਦੇ ਹੋ, ਉਸ ਨੂੰ ਫਿਰ ਪੋਥੀਬੱਧ ਕਰਦੇ ਹੋ, ਉਹਦਾ ਫਿਰ ਕੀਰਤਨ ਆਪ ਵੀ ਕਰਦੇ ਹੋ ਤੇ ਮੈਨੂੰ ਵੀ ਕਰਨ ਲਈ ਕਹਿੰਦੇ ਹੋ। ਇੱਕ ਤੇ ਉਹ ਸ਼ਬਦ ਹੈ। ਜੇ ਤੇ ਉਹੀ ਸ਼ਬਦ ਕਲਿਆਣਕਾਰੀ ਹੈ, ਫਿਰ ਤੇ ਬਾਬਾ ਜੀ ਠੀਕ ਹੈ, ਫਿਰ ਤੇ ਆਪਾਂ ਉਸ ਸ਼ਬਦ ਨੂੰ ਅਲਾਪ ਰਹੇ ਹਾਂ, ਕਰ ਰਹੇ ਹਾਂ ਸਾਰਾ ਕੁਛ। ਪਰ ਬਾਬਾ ਜੀ, ਜੇ ਕੋਈ ਹੋਰ ਸ਼ਬਦ ਹੈ, ਜੇ ਕਿਤੇ ਬਾਹਰੋਂ ਆਉਣਾ ਆ, ਤੇ
किते ऐसा ना होए मैनू मिले ही ना, सारी दुनिया लै जाए, मैनू भी दे दिया जाए, है ना, मतलब मैं रह ही जावां। तो बाबा नानक जी हस पे हस के कहने लगे, मरदाने इस भुलेखे च ना रही, ये दुनिया से भुलेखे तुरी फिरती है। यही शब्द है। ये कोई लुकवी गल नहीं, कोई छुपवी गल नहीं कि जिहड़ी लुका के रखी है किते उस रूप दे विच। ये कोई हिडन एजेंडा नहीं, ना कोई हिडन इहो जी कोई खास किस्म का मैथ का फार्मूला आ जिहड़ा किसी वास्ते किसी नूं समझ आएगा, किसी नूं समझ नहीं आएगा। बाबा जी ने ऐलानिया किया, भाई ये सच कह रहे हैं तुहानूं, ये बोली है सच धर्म, जिहड़ा सारे संसार में बात कह रहा है, वो सानू सच ते धर्म क्यों नहीं बोल के दसेगा। वो सानू ने बिल्कुल एग्जैक्टली दसिया कि सतगुरु की बाणी सत सत कर जानो गुरु सिखो। ये है सच्ची बात, ये गुरबाणी का संदेश उपदेश तुहानू बिल्कुल सच्ची प्योर ही बिल्कुल दिता है उस रूप दे विच। क्या इस बाणी नूं जियों जानना है, इनू ही अंतरात्मे तो, मतलब अंतरात्मे तो जियों जानने का मायना होर डीपली लैना होए तो बड़ी ऑनैसट वे नाल अप्रोच अडॉप्ट करनी। माफ़ी मंगांगा, हुण सपोज करो आप मैडिकल वर्ल्ड आ जाने हैं, क्योंकि सानू हैल्थ समझ आउंदी है, सानू ह्यूमन करैक्टर, ह्यूमन परसोना, जिहड़ी परसनैलिटी डिवेलपमेंट है वो ना भी समझ आवे, सानू हैल्थ जिहड़ी हैगी है ये ईजीली समझ आउंदी है, क्योंकि इहदा जिहड़ा साडा खाण पाण रहन सहन है, इहदा प्रभाव एकदम साडे फिजिकल स्ट्रक्चर ते डायरैक्टली पैंदा आ, तो उसनूं असीं कई वारी बेयर नहीं कर पाउंदे, इसनूं बर्दाश्त नहीं कर पाउंदे सी। इस करके बंदा हैल्थ वाइज, हालांकि मिसटेक्स उत्थे भी होंदियां ने, पर एकदम ड्रास्टिक मिसटेक नहीं बंदा लै सकदा। उसनूं राइट वे हुंदा कि नहीं 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 मैं इस चीज़ नूं जिहड़ा इस रूप दे विच नहीं बर्दाश्त नहीं कर सकता, मैं इस चीज़ नूं टॉलरेट नहीं कर सकता, या मैं इस चीज़ दे नाल मेरा नुकसान हो जाएगा बहुत वड्डा। पर इत्थे भी आपां देखदे हां, सपोज स्टिगमा बहुत सारिया चीज़ों नाल जुड़िया हुंदा है, बंदे नूं लगदा है भी लोकी की कहणगे लै इहनूं डायबिटीज़ हो गई है, बीमारी गोलियां खांदा है, बीमार हो गया, नहीं नहीं मैं नहीं खवाना चाहुंदा। ये गल होया कि ब्लड वर्क होया, डॉक्टर ने कहा भाई जिहड़ा तेरा शुगर का लैवल है ब्लड दे विच वो बॉर्डर लाइन क्रॉस कर गया, अराउंड 1 पॉइंट इज हाई, सो माई रिकमेंडेशंस आर यू हैव टू टेक एक्सट्रा जिहड़ी इंसुलिन होंदी है, यू हैव टू टेक एक्सट्रा इंसुलिन। वो हुण बंदे नूं ख्याल आया, अच्छा शुगर की गोली लग जाएगी, ये तो बड़ी गड़बड़ हो जाएगी। डॉक्टर साहब पता की होया, मैं ना असल पिछले हफ्ता पूरे मठियाई खाता रहा, विआह ते जांदा रहा, चीज़ां जस्ट हाउ अबाउट इफ वी कैन एक्चुअली टेक 1 मोर ब्लड टेस्ट इन 2 वीक्स। ठीक है भाई, आखिरकार विश तेरी है, मर्जी तेरी है, मैं थोड़ा कर सकता। ठीक है जी, काम हो गया। बंदे ने 2 हफ्ते बस पूरा एंड मिठा नहीं खड़ता, तली चीज़ नहीं खानी, बिल्कुल फ्रूट थोड़ा बहुता खाना, इस तरीके नाल। 2 वीक बाद टेस्ट होया तो टेस्ट जिहड़ा है बॉर्डर लाइन तो थले आ गया। ओ थैंक गॉड, निपटिया काम, गोली छुट गई। हुण होया कि एक्चुअली किन्ने दिन याद रहेगा, 2 वीकां होर याद रहेगा कि अपनी बॉर्डर लाइन ते शुगर हैगी। आपां जिहड़ा लाइफ स्टाइल चेंजिज नहीं होए, दोबारा फिर सोचा भी चलो कोई ना, हुण गुरुद्वारा साहब आया, पकौड़े ते वड्डी किहड़ी गल है, लूण ही पकौड़े 2 भी प्लेटां खाण च की अर्ज आ। ठीक है जी, किते कुछ होर किते सज्जन मित्र को चले गए, उत्थे मैनूं याद आ साडे बड़े नामवर कथावाचक हैगे ने। मैं एक बारी उन्हां दे नाल बंगला साहब गुरुद्वारा साहब सीगा, ते किसी नूं मिलण लई चले गए सी। एक्चुअली उन्हों का जानकार सीगा, तो पता लगा बीमार है, तो कहते माड़े जा गुलजार सिंह नूं मिल के आउणा। मैं कहा चलो चलते हैं, चले गए सी। तो गुरुद्वारा साहब के नेड़े उन्होंने रिहायश सीगी, गए तो पता लगा जी इन्हों की शुगर बड़ी हाई है, पैर च जख्म होया, तो जख्म नासूर बन के उन्होंने कटिया गया, तो हुण पट्टी वगैरह हुई सारा कुछ, तो उन्होंने जिहड़ा आ थोड़ा ट्रीटमेंट चल रहा है। असीं जाके बैठे, अजे बैठे ही तो चाह आ गई, तो वो सिरहाने ही लड्डूआं का डब्बा पिया, उन्हें डब्बा खोलिया तो बाबा जी के करता ज्ञानी जसों सिंह जी के, लो फड़ो लड्डू फड़ो। वो कहते नहीं मैं तो बिल्कुल मूँह मिलना होता, मेरे के करता, आई जस्ट ड्यू टू कर्टसी और ड्यू टू सम सॉर्ट ऑफ यू कैन से रिस्पेक्ट आई हैव टू टेक लिटिल बिट पीस, मैं थोड़ा जहा पीस चक लिया।
ਤੇ ਉਹ ਕਹਿੰਦੇ ਹੱਦ ਹੋ ਗਈ, ਤੁਸੀਂ ਡਰੀ ਜਾਂਦੇ ਹੋ ਮੇਰੇ ਵਾਲੀ। ਕਹਿੰਦੇ ਕਿ ਤੁਸੀਂ ਨੌਜਵਾਨ ਬੱਚਾ ਤੇ ਚੱਕ 2 ਲੈ। ਮੈਂ ਕਹਿੰਦਾ ਨਹੀਂ ਜੀ ਬੜੀ ਮਿਹਰਬਾਨੀ, ਮੈਂ ਉਹਦਾ ਲੈ ਕੇ ਉਸ ਤਰੀਕੇ। ਖੈਰ ਉਹਨਾਂ ਨੇ ਜਦੋਂ ਫੜਾਇਆ ਉਦੋਂ 1 ਲੈ ਲਿਆ, ਤੇ ਜਿੰਨੇ ਨੂੰ ਵਾਪਸ ਡੱਬੇ ਦਾ ਢੱਕਣ ਬੰਦ ਹੋਇਆ 1 ਹੋਰ ਫੜ ਲਿਆ। ਤੇ ਉਹ ਵਿੱਚ ਹੀ ਜਸਵੰਤ ਸਿੰਘ ਜੀ ਕਹਿੰਦੇ ਉਹ ਇਹ ਕੀ ਕਰ ਰਹੇ ਆ, ਆਲਰੇਡੀ ਬਿਮਾਰ ਹੋਏ ਆ ਤੇ ਤੂੰ 1 ਲੱਡੂ ਪਹਿਲਾਂ ਖਾ ਲਿਆ, 1 ਹੋਰ ਖਾ ਰਿਹਾ, ਤੇ ਸ਼ੂਗਰ ਆਲਰੇਡੀ ਹੋਈ, ਤੇਰਾ ਪੈਰ ਜਿਹੜਾ ਆਲਰੇਡੀ ਠੀਕ ਨਹੀਂ ਹੋ ਰਿਹਾ। ਕਹਿੰਦਾ ਲੈ ਤੁਸੀਂ ਐਵੇਂ ਘਬਰਾਈ ਜਾਂਦੇ, ਇਹ 'ਚ ਕਿਹੜੀ ਵੱਡੀ ਗੱਲ ਆ। ਕਹਿੰਦਾ 2 ਲੱਡੂ ਨੇ ਚਾਹ ਥੱਲੇ ਦਬ ਦੁਬ ਜਾਣੇ ਨੇ। ਇਹਨੇ ਵੇ ਬੰਦਾ ਆਪਣੇ ਆਪ ਨੂੰ ਜਸਟੀਫਾਈ ਕਰ ਰਿਹਾ, ਤਸੱਲੀ ਦੇ ਰਿਹਾ ਵੀ ਗੱਲ ਹੀ ਕੁਛ ਨਹੀਂ ਹੈ। ਇਹ ਹੈ ਚੀਟ ਕਰਨਾ। ਮਤਲਬ ਲਫ਼ਜ਼ਾਂ ਨੂੰ ਇਸ ਤਰੀਕੇ ਨਾਲ ਆਪਣੇ ਆਪ ਨੂੰ ਦੱਸਣਾ, ਪਰੋਸਣਾ, ਸਟੇਟਮੈਂਟਸ ਆਪਣੇ ਮੂੰਹ ਚੋਂ ਹੀ ਕੱਢਣੀਆਂ, ਦੂਜੇ ਕੋਲੋਂ ਸੁਣਨੀਆਂ, ਤਾਂ ਕਿ ਮੈਨੂੰ ਜਿਹੜੀ ਤਬਦੀਲੀ ਜਾਂ ਚੇਂਜ ਕਰਨਾ ਚਾਹੀਦਾ ਜ਼ਿੰਦਗੀ 'ਚ ਉਹ ਨਾ ਹੋ ਸਕੇ। ਇਹਦੇ ਜਿਹੜੀ ਮੈਂ ਬਾਤ ਕਰ ਰਿਹਾ 2 ਵੀਕ ਬਾਅਦ ਰਿਜ਼ਲਟ ਥੋੜ੍ਹਾ ਠੀਕ ਆਇਆ, ਠੀਕ ਹੈ ਜੀ, 2 ਵੀਕਾਂ ਬਾਅਦ ਭੁੱਲ ਗਿਆ। ਇਹਦੇ ਬਾਬਤ ਸਾਡੇ ਕੋਲ ਪ੍ਰੋਪਰ ਡਾਟਾ ਵੀ ਹੈ। ਜਿਹੜੇ ਲੋਕ ਏਜ ਦੇ ਇੱਕ ਸਰਟਨ ਲੈਵਲ ਤੇ ਚਲੇ ਜਾਂਦੇ, ਉਸ ਤੋਂ ਬਾਅਦ ਇੱਕਦਮ ਜਿਹੜਾ ਬਲੱਡ ਵਰਕ ਦੇ ਵਿੱਚ ਭਾਵੇਂ ਹਾਈ ਕੋਲੈਸਟਰੋਲ ਦੀ ਗੱਲ ਸੀ, ਭਾਵੇਂ ਸ਼ੂਗਰ ਦੇ ਲੈਵਲ ਵਧਣ ਦੀ ਗੱਲ ਸੀ, ਜਾਂ ਹੋਰ ਇਹਦੇ ਨਾਲ ਇਸ਼ੂਜ਼ ਰਿਲੇਟਡ ਸੀਗੇ, ਉਹਨਾਂ ਨੂੰ ਜਦੋਂ ਇੱਕਦਮ ਡਰਾਸਟਿਕ ਵੇ ਨਾਲ ਦੇਖਦੇ ਹੋ, ਕੁਝ ਚੇਂਜਸ ਕਰਦੇ, ਲੰਬਾ ਸਮਾਂ ਦੁਬਾਰਾ ਬਲੱਡ ਵਰਕ ਨਾ ਹੋਇਆ, ਮੈਡੀਕਲ ਚੈੱਕਅਪਸ ਨਹੀਂ ਹੋਏ, ਜਦੋਂ ਦੁਬਾਰਾ ਚੈੱਕਅਪ ਕੀਤੇ ਗਏ ਉਨੀ ਦੇਰ ਤੱਕ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਈ ਚੀਜ਼। ਇਹ ਹੋਇਆ ਕਿ ਬੰਦੇ ਨੇ ਚੀਟ ਕੀਤਾ, ਓਨੈਸਟ ਅਪਰੋਚ ਨਹੀਂ ਅਡਾਪਟ ਕੀਤੀ। ਓਨੈਸਟ ਜੇ ਅਪਰੋਚ ਅਡਾਪਟ ਕੀਤੀ ਜਾਏਗੀ, ਬੰਦੇ ਨੂੰ ਜਿਹੜੇ ਚੇਂਜਸ ਨੇ ਲਿਆਂਦੇ ਨੇ ਥੋੜ੍ਹੇ ਬਹੁਤੇ, ਉਹਨਾਂ ਨੂੰ ਬਹੁਤ ਮਿਹਨਤ ਕਰਕੇ ਮੇਨਟੇਨ ਕਰਨਾ ਪਏਗਾ, ਅਦਰਵਾਈਜ਼ ਆਪਣੇ ਆਪ ਨੂੰ ਕਿਸੇ ਮੈਡੀਸਿਨ 'ਚ ਲੈ ਕੇ ਜਾਣਾ ਪਏਗਾ। ਮੈਂ ਕਿਹਾ ਹੈਲਥ ਡਾਇਰੈਕਟਲੀ ਅਫੈਕਟ ਕਰਦੀ ਹੈ, ਚੀਜ਼ਾਂ ਸਮਝ ਆਉਂਦੀਆਂ ਨੇ। ਕਰੈਕਟਰ ਡਾਇਰੈਕਟਲੀ ਅਫੈਕਟ ਨਹੀਂ ਕਰਦਾ। ਕਰੈਕਟਰ ਦੀ ਇਫੈਕਸ਼ਨ ਜਿਹੜੀ ਹੈ ਜਾਂ ਅਫੈਕਟ ਜਿਹੜਾ ਆ, ਇਹ ਲੌਂਗ ਰਨ ਦੇ ਵਿੱਚ ਪੈਂਦਾ ਰਿਲੇਸ਼ਨਸ਼ਿਪ ਦੇ ਵਿੱਚ ਜਾ ਕੇ। ਇਹਦਾ ਇਫੈਕਟ ਪੈਂਦਾ ਹੈ ਬੰਦੇ ਦੀ ਅੰਦਰ ਦੀ, ਜਿਹਨੂੰ ਅਸੀਂ ਕੌਨਸ਼ੀਅਸ ਕਹਿੰਦੇ ਹਾਂ, ਜ਼ਮੀਰ ਦੇ ਉੱਤੇ ਜਾ ਕੇ। ਲੌਂਗ ਰਨ ਦੇ ਵਿੱਚ ਬੰਦੇ ਦੀ ਜ਼ਹਿਨੀਅਤ 'ਤੇ ਜੇ ਚੀਜ਼ਾਂ ਅਸਰ ਹੁੰਦੀਆਂ ਨੇ, ਤੇ ਫਿਰ ਕਈ ਵਾਰ ਇਤਨਾ ਦੂਰ ਜਾ ਚੁੱਕਾ ਹੁੰਦਾ ਬੰਦਾ, ਉਹਦੇ ਲਈ ਵਾਪਸੀ ਨਾਮੁਮਕਿਨ ਹੁੰਦੀ ਹੈ। ਡਿਪਰੈਸ਼ਨ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਤੁਹਾਨੂੰ ਜੇ ਹੈਡੇਕ ਹੋਣੀ ਸ਼ੁਰੂ ਹੋ ਗਈ, ਤੁਸੀਂ 2 ਪੇਨ ਕਿਲਰ ਖਾਦੇ ਤੇ ਹੈਡੇਕ ਠੀਕ ਹੋ ਗਈ ਨਾ। ਡਿਪਰੈਸ਼ਨ ਇੱਕ ਲੌਂਗ ਰੂਟ ਇਸ਼ੂ ਹੈ, ਜਿਹਦੀਆਂ ਰੂਟ ਕਾਜ਼ ਹੋ ਸਕਦਾ ਪਤਾ ਨਹੀਂ ਇਸ ਪੂਰੀ ਲਾਈਫ ਦੇ ਪਿੱਛੋਂ ਆ ਰਹੀਆਂ ਹੋਣ। ਐਨਜ਼ਾਈਟੀ ਜਾਂ ਤੁਸੀਂ ਹੋਰ ਬਹੁਤ ਸਾਰੇ ਡਿਸਆਰਡਰਸ ਦੀ ਗੱਲ ਕਰਦੇ ਹੋ, ਇਹ ਕੋਈ ਇੱਥੋਂ ਨਹੀਂ ਆ ਰਹੇ। ਇਸੇ ਕਰਕੇ ਮੈਂਟਲ ਹੈਲਥ ਨੂੰ ਇਤਨਾ ਕੰਪਲੈਕਸ ਮੰਨਿਆ ਜਾਂਦਾ ਹੈ। ਕਿਉਂਕਿ ਮੈਂਟਲ ਹੈਲਥ ਨੂੰ ਇੱਕ ਵੱਡੇ ਅੰਬਰੇਲਾ ਦੇ ਅੰਡਰ ਲੈ ਆਉਂਦੇ ਅਸੀਂ। ਐਕਚੁਅਲ ਲੈਵਲ ਤੇ ਸਪਿਰਿਚੁਅਲ ਹੈਲਥ ਹੈ ਬੰਦੇ ਦੀ। ਬੰਦਾ ਜਦੋਂ ਅਧਿਆਤਮੀ ਤਲ ਦੇ ਉੱਤੇ ਸਪਿਰਿਚੁਅਲੀ ਸਿੱਖ ਹੋਏਗਾ, ਉਹ ਭਾਵੇਂ ਫਿਜ਼ੀਕਲੀ ਮੈਂਟਲੀ ਜਿੰਨਾ ਮਰਜ਼ੀ ਵਧੀਆ ਹੋਏ, ਉਹ ਲੌਂਗ ਰਨ ਦੇ ਵਿੱਚ ਉਹਨਾਂ ਜਿਹੜੇ ਇਫੈਕਟਸ ਹੈਗੇ ਨੇ, ਉਹਨਾਂ ਨੂੰ ਕਿਸੇ ਤਰੀਕੇ 'ਚ ਉਹਨਾਂ 'ਚ ਓਵਰਕਮ ਨਹੀਂ ਕਰ ਸਕੇਗਾ। ਇੱਥੇ ਬਾਬਾ ਜੀ ਨੇ ਕਿਹਾ ਓਨੈਸਟ ਅਪਰੋਚ ਚਾਹੀਦੀ ਹੈ ਤੇਰੀ, ਚੀਜ਼ਾਂ ਨੂੰ ਸਹੀ ਤਰੀਕੇ ਨਾਲ ਐਡਰੈਸ ਕਰ। ਚੀਟ ਕਿਹਨੂੰ ਕਰਦਾ ਆ? ਮੈਂ ਸ਼ਾਇਦ ਕਿਤੇ ਬਾਤ ਕੀਤੀ ਹੋਏ, ਇੱਥੇ ਹੀ ਮੈਕਮਾਸਟਰ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਸਾਡਾ, ਤੇ ਮੇਰੀ ਇਨਰੋਲਮੈਂਟ ਸੀ ਉਹਦੇ ਵਿੱਚ। ਬਹੁਤ ਵੈਟਰਨ ਪ੍ਰੋਫੈਸਰ ਸੀਗਾ, ਹੰਗੇਰੀਅਨ ਜਿਊ, ਤੇ ਉਹ ਸਾਨੂੰ ਪੜ੍ਹਾ ਰਿਹਾ। ਅਰਾਊਂਡ 40 ਪਾਰਟੀਸਪੈਂਟ ਸੀਗੇ ਅਸੀਂ। ਇਸ ਤਰੀਕੇ ਨਾਲ ਸਰਕਲ 'ਚ ਸਾਰੇ ਚੇਅਰਾਂ ਲਗਾ ਕੇ ਬੈਠੇ ਹਾਂ। ਮੇਰਾ ਨੰਬਰ ਬਿਲਕੁਲ ਉਹਦੇ ਨਾਲ ਵਾਲੇ ਡੈਸਕ ਦੇ ਨਾਲ ਹੈ। ਜੇ ਗਿਣਤੀ ਕੀਤੀ ਜਾਏ ਤਾਂ 40th ਨੰਬਰ ਬਣਦਾ ਮੇਰਾ। ਉਸਨੇ ਵੱਡੇ 3 ਵਾਈਟ ਬੋਰਡ ਲੱਗੇ ਨੇ, ਉਹਦੇ ਹੱਥ 'ਚ ਜਿਹੜਾ ਖਾਸ ਕਰਕੇ ਮਾਰਕਰ ਪੈਨ ਹੁੰਦਾ ਉਹ ਆ, ਤੇ ਉਹ ਕਹਿੰਦਾ ਕਿ ਓਕੇ ਵੀ ਸਟਾਰਟ ਆਵਰ ਕਲਾਸ ਵਿਦ ਸਮ ਸੋਰਟ ਆਫ input from your side, so let's actually have some brainstorming what you want to learn from my class. So ਕੱਲ੍ਹ ਇੱਥੋਂ ਸ਼ੁਰੂ ਕੀਤੀ ਜਾਏ ਕਿ what kind of issues are happening in today's world, especially toward the mental health, toward the human's well-being. ਚਲੋ ਜੀ, ਗੱਲ ਸ਼ੁਰੂ ਹੋ ਗਈ ਸਟ੍ਰੈਸ ਤੋਂ, ਐਨਜ਼ਾਈਟੀ ਤੋਂ, ਰਿਲੇਸ਼ਨਸ਼ਿਪ ਡੀਲਿੰਗ ਤੋਂ, ਮਤਲਬ ਬੰਦੇ ਦੀ ਜਿਹੜੀ ਹੈ ਲੈਕ ਆਫ ਡਿਸਿਪਲਿਨ ਤੋਂ, ਲੈਕ ਆਫ ਕੰਸਨਟ੍ਰੇਸ਼ਨ ਤੋਂ, ਇੱਕ ਪੁਆਇੰਟ ਸਾਰਿਆਂ ਨੇ ਦੇਣਾ ਆ। ਜਦੋਂ ਤੱਕ ਉਹ ਮੇਰੇ ਤੱਕ ਪਹੁੰਚਿਆ, ਸਾਰੇ ਵਾਈਟ ਬੋਰਡ ਤਿੰਨੇ ਦੇ ਤਿੰਨੇ ਫੁੱਲ ਹੋ ਗਏ। ਆਲਮੋਸਟ ਦੇ ਆਰ ਫੁੱਲ। ਵੈਨ ਹੀ ਆਸਕਡ ਮੀ, ਸੋ ਮਿਸਟਰ ਸਿੰਘ, what do you want to say? ਮੈਂ ਕਿਹਾ, sir, I think everyone has said and everything has been covered over here.
I don't think anything we are actually missing here. Okay, no, you have to say something because everyone is putting his or her input. मैं थोड़ा ध्यान दे के मैं क्या कि okay, one thing I think we are missing here, that is a lack of spirituality. ਹੁਣੇ ਗੱਲ ਕਹੀ ਉਸਨੇ ਜਿਹੜਾ ਹੱਥ 'ਚ ਆਪਣਾ ਮਾਰਕਰ ਪੈਨ ਫੜਿਆ ਸੀਗਾ, ਉਹਨੇ ਜੋ ਕੁਝ ਉੱਤੇ ਲਿਖਿਆ ਸਾਰੇ ਦੇ ਉੱਤੇ ਆਲ ਦਾ ਵੇ ਜਾ ਕੇ ਪੂਰੇ ਦਾ ਪੂਰਾ ਗੋਲ ਦਾਇਰਾ ਸਰਕਲ ਬਣਾਇਆ, ਉਹਦੇ ਕਾਰਨਰ ਤੇ ਜਾ ਕੇ ਇਕੁਅਲ ਟੂ ਬਰਾਬਰ ਦਾ ਨਿਸ਼ਾਨ ਬਣਾਇਆ ਤੇ ਲਿਖਤਾ ਲੈਕ ਆਫ, ਇਹ ਲਫ਼ਜ਼ ਲਿਖਿਆ ਨੇ ਸਪਿਰਿਚੁਅਲ ਬੈਂਕਰਪਸੀ। ਉਹ ਕਹਿੰਦਾ ਬਿਕੋਜ਼ ਇਟਸ ਹੈਪਨਿੰਗ ਐਂਡ ਡਿਊ ਟੂ ਦੈਟ ਰੀਜ਼ਨ ਆਲ ਦੀਸ ਥਿੰਗਸ ਆਰ ਹੈਪਨਿੰਗ। ਇਹ ਸਾਰੇ ਕੰਪੋਨੈਂਟਸ ਇਹਦੇ ਰੂਟਸ ਵਿੱਚੋਂ ਆ ਰਹੇ ਨੇ ਤੇ ਇਹਦੇ ਵਿੱਚ ਗੁਰੂ ਅਮਰਦਾਸ ਸਾਹਿਬ ਬੜੇ ਸਪਸ਼ਟ ਗੱਲ ਕਹਿ ਰਹੇ ਨੇ, ਕਿਆ ਨਾਮ ਹੀ ਇਹਦਾ ਇਲਾਜ ਹੈ। ਲਿਟਰਲੀ ਤੌਰ ਤੇ ਆਪਾਂ ਸ਼ਬਦ ਪੜ੍ਹਦੇ ਹਾਂ, ਸਰਬ ਰੋਗ ਕਾ ਔਖਦ ਨਾਮ। ਸਾਰੀਆਂ ਰੋਗਾਂ ਦੀ ਇੱਕੋ ਹੀ ਔਖਦ ਹੈ, ਨਾਮ ਦੀ ਔਖਦ ਹੈ। ਠੀਕ ਹੈ ਜੀ, ਜੇ ਨਾਮ ਦੀ ਔਖਦ ਹੈ ਸਾਰੇ ਰੋਗਾਂ ਦੀ ਟ੍ਰੀਟਮੈਂਟ, ਤੇ ਫਿਰ ਉਹ ਨਾਮ ਤੇ ਲੈ ਲੈਣਾ ਚਾਹੀਦਾ। ਬਾਬਾ ਜੀ ਕਹਿੰਦੇ ਫਿਰ ਉਹਨੂੰ ਲੈਣ ਵਾਸਤੇ ਕੁਝ ਪ੍ਰੀ ਕੰਡੀਸ਼ਨਸ ਫੁਲਫਿਲ ਕਰਨੀਆਂ ਪੈਂਦੀਆਂ ਨੇ। ਉਹ ਕਿਹੜੀ ਕੰਡੀਸ਼ਨ ਹੈ? ਜਿਹੜੀ ਪਹਿਲੀ ਕੰਡੀਸ਼ਨ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਥੇ ਕੀਤੀ, ਇਹ ਬਾਣੀ ਜੋ ਜਿਉਂ ਜਾਣਾ ਹੈ। ਜਿਉਂ ਮੀਨ ਦਿਆਨਤਦਾਰੀ ਨਾਲ, ਇਮਾਨਦਾਰੀ ਨਾਲ, ਓਨੈਸਟ ਅਪਰੋਚ ਅਡਾਪਟ ਕਰਨ ਦੀ ਲੋੜ ਆ। ਮਾਫੀ ਮੰਗਾਂਗਾ, ਕਦੀ ਧਿਆਨ ਦੇ ਕੇ ਦੇਖਿਆ ਜੇ ਗੁਟਕਾ ਹੱਥ 'ਚ ਜਪਜੀ ਸਾਹਿਬ ਪੜ੍ਹ ਰਿਹਾ, ਤੀਜੀ ਚੌਥੀ ਪੰਜਵੀਂ ਲਾਈਨ ਪੜ੍ਹਨ ਤੋਂ ਬਾਅਦ ਮੈਨੂੰ ਖੁਦ ਨੂੰ ਨਹੀਂ ਪਤਾ ਮੈਂ ਕੀ ਪੜ੍ਹ ਰਿਹਾ ਹਾਂ। Am I reading Japji Sahib? Sorry to say. Am I reading part? Am I sitting in Gurdwara Sahib? ਮੈਂਟਲ ਹੈਲਥ ਨੂੰ ਜਾਂ ਮਾਈਂਡ, ਜਿਹੜਾ ਮਾਈਂਡ ਹੈ, ਮਾਈਂਡ ਦੀ ਜਿਹੜੀ ਕੰਡੀਸ਼ਨ ਹੈ ਉਹਨੂੰ ਥੋੜਾ ਧਿਆਨ ਪਾ ਕੇ ਦੇਖੀਏ। ਉਹ ਤੇ ਕਿਤੇ ਤਾਂ ਕਿਤੇ ਉੱਡਿਆ ਫਿਰਦਾ। ਓਨੈਸਟ ਲੈਵਲ ਤੇ ਸਪੋਜ਼ ਇਸ ਤਰ੍ਹਾਂ ਕਹਿ ਲਓ, ਤੇ ਫਿਰ ਇੱਕ ਚੀਜ਼ ਹੋਰ ਹੈ, ਕਿਉਂਕਿ ਇਹ ਸਾਰੀ ਚੀਜ਼ ਹੈ ਤੁਹਾਡੀ ਇਨਰ ਕੌਨਸ਼ੀਅਸ ਲੈਵਲ ਤੇ ਚੀਜ਼ ਵਾਪਰ ਰਹੀ ਹੈ। ਇਹ ਫਿਜ਼ੀਕਲ ਸਟਰਕਚਰ ਤੇ ਹੋ ਨਹੀਂ ਰਹੀ। ਫਿਜ਼ੀਕਲ ਤੇ ਕਿਸੇ ਨੂੰ ਫੋਰਸਫੁਲੀ ਫੜ ਕੇ ਵੀ ਤੁਸੀਂ ਸ਼ਾਵਰ ਥੱਲੇ ਬਿਠਾ ਦਿਓਗੇ ਜਾ ਕੇ, ਵੀ ਹੁਣ ਕਿੱਥੇ ਜਾਏਗਾ, ਵੀ ਹੁਣ ਤੇ ਪਾਣੀ ਪਏਗਾ ਤੇਰੇ ਉੱਤੇ। ਪਰ ਇੱਥੇ ਤੇ ਗੱਲ ਇਹ ਹੈ ਕਿ ਇੱਥੇ ਮਨ ਚੰਚਲ ਆ, ਜਿਹਨੂੰ ਸਾਹਿਬ ਨੇ ਕਿਹਾ ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਸ ਕਾਇਆ ਰੂਪੀ ਸਾਰੀ ਨਗਰੀ 'ਚ ਇੱਕ ਬੱਚਾ ਵਸ ਰਿਹਾ, ਤੇ ਬੱਚੇ ਦੀ ਹਾਲਤ ਇਹ ਹੈ ਵੀ ਚੰਚਲਤਾ, ਖਿੰਨ ਪਲ, ਅੱਖ ਦੇ ਫੋਰ ਜਿੰਨੇ ਸਮੇਂ ਲਈ ਤੇ ਉਹ ਠਹਿਰਾਅ 'ਚ ਆਵੇ, ਕਿਤੇ ਟਿਕਾ ਵਿੱਚ ਆਵੇ, ਉਹ ਤੇ ਨੱਠਿਆ ਭੱਜਿਆ ਫਿਰਦਾ, ਦੌੜਿਆ ਭੱਜਿਆ ਫਿਰਦਾ। ਹੁਣ ਆ ਜੀ ਬਕੌਲ ਮਸਕੀਨ ਜੀ, ਜਿਨ੍ਹਾਂ ਨੇ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਪ੍ਰੈਕਟੀਕਲ ਵੇ ਨਾਲ ਦੇਖੀਆਂ, ਸਮਝੀਆਂ, ਸਮਝਾਈਆਂ। ਉਹ ਕਹਿੰਦੇ ਕਈ ਵਾਰੀ ਨਾ ਅਸੀਂ ਬੜੀਆਂ ਨੌਨਸੈਂਸ ਟਾਈਪ ਆਫ ਗੱਲਾਂ ਕਰਦੇ ਹਾਂ, ਜਿਨ੍ਹਾਂ ਦੀ ਕੋਈ ਸੈਂਸ ਨਹੀਂ ਬਣਦੀ। ਉਹ ਕਹਿੰਦੇ ਕਈ ਵਾਰੀ ਲੋਕ ਇਹ ਕਹਿਣਗੇ, ਉਹ ਭਾਈ ਪਾਠ ਨਾ ਮਨ ਲਾ ਕੇ ਕਰੀਦਾ, ਮਨ ਜੋੜ ਕੇ ਕਰੀਦਾ। ਉਹ ਕਹਿੰਦੇ ਦੁਆਈ ਰੱਬ ਦੀ, ਉਹ ਮਨ ਨਹੀਂ ਜੁੜਦਾ ਤਾਂ ਹੀ ਤੇ ਪਾਠ ਕਰ ਰਹੇ ਆ। ਜੇ ਮਨ ਹੀ ਜੁੜ ਗਿਆ ਫਿਰ ਤੇ ਸ਼ਬਦ ਪਿੱਛੇ ਪੜਿਆ ਸੀ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾ। ਕਹਿੰਦੇ ਇਹ ਕਿਹਾ ਜਾਂਦਾ, ਓਏ ਮਨ ਸਾਫ਼ ਲੈ ਕੇ ਗੁਰਦੁਆਰੇ ਜਾਈਦਾ। ਉਹ ਕਹਿੰਦੇ ਕਿਹੜੀਆਂ ਗੱਲਾਂ ਹੋ ਰਹੀਆਂ ਨੇ, ਸੱਚ ਇਹ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸਾਫ਼ ਹੋਏ। ਮੈਨੂੰ ਯਾਦ ਆ, ਮੇਰੇ ਖਿਆਲ 'ਚ ਸਾਊਥ ਹਾਲ ਦੀ ਗੱਲ ਹੋਏਗੀ। ਆਈ ਵੈਂਟ ਫਸਟ ਟਾਈਮ ਐਕਚੁਅਲੀ ਟੂ ਇੰਗਲੈਂਡ ਐਂਡ ਆਈ ਵਾਜ਼ ਡੂਇੰਗ ਕਥਾ ਓਵਰ ਦੇਅਰ। ਇਹ ਸਾਰੇ ਸ਼ਬਦ 'ਚ ਅੱਗੇ ਜਾ ਕੇ ਦੀ ਵੀ ਗੱਲ ਹੋਏਗੀ, ਇਹੋ ਜਿਹੀ ਹਿਪੋਕ੍ਰੇਸੀ, ਸੁੱਚਮਤਾ, ਨਹਾਉਣਾ, ਹੱਥਾਂ ਨੂੰ ਧੋਣਾ, ਇਹ ਸਭ ਮਤਲਬ ਬੰਦਾ ਬਹੁਤ ਕੁਝ ਇਹੋ ਜਿਹਾ ਅਡੰਬਰ ਉਡੰਬਰ ਵੀ ਕਰਦਾ ਧਰਤੀ ਦੇ ਉੱਤੇ ਧਰਮ ਦੇ ਨਾਂ ਹੇਠ। ਤੇ ਹੋਇਆ ਕਿ ਜਿਵੇਂ ਗੁਰੂ ਮਹਾਰਾਜ ਦੇ ਸਰੂਪ ਦੇ ਪਿਛਲੇ ਪਾਸੇ ਇੱਕ ਟੈਪ ਲੱਗੀ ਉੱਥੇ, ਤੇ ਹੁਣ ਜਦੋਂ ਦੇਗ ਵਰਤਾਈ ਜਾ ਰਹੀ ਹੈ ਤੇ ਡੈਫੀਨੇਟਲੀ ਦੇਗ ਮਿਲੀ ਤੇ ਦੇਗ ਹੱਥਾਂ ਤੇ ਲੈ ਕੇ ਛਕਣ ਤੋਂ ਬਾਅਦ ਕੋਈ ਤਾਬਿਆਂ ਸਿੰਘ ਬੈਠੇ ਸੀ, ਉਹਨਾਂ ਨੂੰ ਕੋਈ ਹੈਲਪ ਦੀ ਲੋੜ ਸੀ। ਉਹਨਾਂ ਮਾੜੀ ਜੀ ਕਿਹਾ, ਮਾੜੇ ਭਾਈ ਸਾਹਿਬ ਮਾੜਾ ਜਿਹਾ ਚੌਰ ਸਾਹਿਬ ਫੜਿਓ, ਤੇ ਮੈਂ ਟੈਪ ਖੋਲ ਕੇ ਹੱਥ ਧੋਣ ਲੱਗਾ, ਇੱਕ ਸ਼ਖਸ ਦੂਰੋਂ ਭੱਜ ਕੇ ਆ ਗਏ।
ਉਹ ਭਾਈ ਸਾਹਿਬ ਕੀ ਹੋਇਆ? ਜੂਠੇ ਹੱਥ ਨਹੀਂ ਧੋਣੇ ਇੱਥੇ। ਮੈਂ ਕੋਈ ਗੱਲ ਨਹੀਂ, ਸੰਗਤ ਹੈ ਸਾਰੀ ਬੈਠੀ, ਠੀਕ ਹੈ, ਇਸ ਤਰੀਕੇ ਨਾਲ ਹੋ ਗਈ ਗੱਲਬਾਤ। ਮੈਂ ਉਹ ਹੈਲਪ ਕੀਤੀ ਅਤੇ ਰੱਖਿਆ। ਮੈਂ ਉਹਨਾਂ ਨੂੰ ਬੁਲਾਇਆ, ਮੈਂ ਕਿਹਾ ਉਰੇ ਆਓ। ਬਾਹਰ ਆ ਗਏ, ਕਹਿੰਦੇ ਉਹ ਭਾਈ ਸਾਹਿਬ ਮੈਂ ਤੁਹਾਨੂੰ ਦੱਸ ਰਹੀ। ਮੈਂ ਮੇਰੀ ਗੱਲ ਸੁਣੋ, ਤੁਹਾਡੀ ਗੱਲ ਮੈਂ ਸੁਣ ਲਈ, ਹੁਣ ਮੇਰੀ ਗੱਲ ਸੁਣੋ। ਮੈਂ ਕਦੀ ਸੁੱਚੇ ਹੱਥ ਵੀ ਧੋਣ ਦੀ ਲੋੜ ਹੁੰਦੀ ਹੈ? ਟੈਲ ਮੀ, ਆਰ ਯੂ ਕ੍ਰੇਜ਼ੀ? ਵੀ ਬੰਦਾ ਮਤਲਬ ਸੁੱਚੇ ਹੱਥ ਵੀ ਧੋਣ ਦੀ ਲੋੜ ਹੁੰਦੀ ਹੈ? ਅਸੀਂ ਜਦੋਂ ਕਿਤੇ ਹੱਥ ਯੂਜ਼ ਕੀਤੇ ਹੁੰਦੇ ਨੇ ਉਸ ਤੋਂ ਬਾਅਦ ਹੀ ਧੋਨੇ ਆ। ਜਿਹੜੇ ਧੋਤੇ ਹੱਥ ਨੇ ਉਹਨਾਂ ਨੂੰ ਕਿਉਂ ਧੋਵਾਂਗੇ? ਟੈਲ ਮੀ। ਉਹਨਾਂ ਨੂੰ ਗੱਲ ਮੇਰੀ ਸਮਝ ਨਾ ਆਵੇ। ਐਕਚੁਅਲ ਲੈਵਲ ਤੇ ਬੰਦੇ ਅਹਿਸਾਸ ਕਰ ਇਸ ਚੀਜ਼ ਦਾ। ਓਨੈਸਟ ਹੋਣ ਵਾਸਤੇ ਵੀ ਬਾਣੀ ਪੜ੍ਹਨੀ ਪਏਗੀ, ਤੇ ਬਾਣੀ ਪੜ੍ਹਦਿਆਂ ਫਿਰ ਹੋਰ ਓਨੈਸਟ ਹੋਵਾਂਗੇ ਆਪਣੇ ਆਪ ਬਾਰੇ, ਆਪਣੀਆਂ ਆਦਤਾਂ ਬਾਰੇ, ਆਪਣੇ ਆਲੇ ਦੁਆਲੇ ਬਾਰੇ। ਇੱਥੇ ਜਾ ਕੇ ਫਿਰ ਨਾਮ ਜੀਵਨ 'ਚ ਵਰਤੇਗਾ ਇੱਕ ਪਾਰਸ ਦੀ ਤਰ੍ਹਾਂ। ਇਸ ਨੂੰ ਸਾਹਿਬ ਨੇ ਕਿਹਾ, ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਉਹਦੇ ਅੰਦਰ ਫਿਰ ਹਰੀ ਨਾਮ ਦਾ ਵਸੇਬਾ ਆ। ਬਾਕੀ ਸ਼ਬਦ ਦੀ ਫਰਦਰ ਐਕਸਪਲੇਨੇਸ਼ਨ ਕਰਦਾ, ਜਿਹਦੇ ਵਿਚਾਰ ਆਉਂਦੇ ਗੱਲ ਕਰਾਂਗੇ। ਅੱਜ ਕਿਉਂਕਿ ਮੇਰਾ ਅਹਿਸਾਸ ਸੀਗਾ ਕਿ ਥੋੜ੍ਹਾ ਇਹਦੀ ਡਿਟੇਲਡ ਡਿਸਕਸ਼ਨ ਇੱਕ ਵਾਰੀ ਹੋਰ ਹੋਏ, ਦੈਟਸ ਵਾਈ we try to elaborate this Raha's Pankti one more time. Thank you very much being an attentive listener and participator. ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਦੇ ਨਾਲ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।